ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਤਾਂ ਮੈਂ ਹਾਂ ਵਿਨੇ ਰਾਣਾ ਤੇ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਭਾਰਤ ਦੀ ਆਰਥਿਕ ਵਿਵਸਥਾ ਮਜ਼ਬੂਤੀ ਦੀ ਗੱਲ ਕਰਾਂਗੇ, ਉੱਥੇ ਹੀ ਏਸ਼ੀਆ ਦੇ ਦੋ ਦੇਸ਼ ਸ਼੍ਰੀਲੰਕਾ ਤੇ ਪਾਕਿਸਤਾਨ ਦੀ ਜਿਹੜੀ ਹਾਲਤ ਹੈ ਆਰਥਿਕ, ਉਹਦੇ ਤੇ ਚਰਚਾ ਕਰਾਂਗੇ। ਚਰਚਾ ਕਰਨ ਲਈ ਮੇਰੇ ਨਾਲ ਇਸ ਵਾਰ ਫਿਰ ਤੋਂ ਤੇਜਿੰਦਰ ਸਿੰਘ ਅਟਵਾਲ ਮੇਰੇ ਸਾਥੀ ਮੌਜੂਦ ਨੇ ਤੇ ਅਸੀਂ ਗੱਲ ਕਰਾਂਗੇ ਕਿ ਆਖਿਰ ਇਹਨਾਂ ਦੋਨਾਂ ਦੇਸ਼ਾਂ ਦੀ ਆਰਥਿਕ ਹਾਲਤ ਅਜਿਹੀ ਹੋਣ ਦੇ ਕਾਰਨ ਕੀ ਨੇ ਔਰ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਸਮਾਨਤਾ ਕੀ ਯਾਨੀ ਸਿਮਿਲਰਿਟੀ ਕੀ ਹੈ। ਹਾਂਜੀ ਤੇਜਿੰਦਰ ਜੀ, ਤੁਸੀਂ ਦੱਸੋ ਕਿ ਜਿਹੜੇ ਪਾਕਿਸਤਾਨ ਤੇ ਸ਼੍ਰੀਲੰਕਾ, ਇਹਨਾਂ ਦੀ ਜਿਹੜੀ ਅੱਜ ਆਰਥਿਕ ਸਥਿਤੀ, ਸ਼੍ਰੀਲੰਕਾ ਦੇ ਤਾਂ ਸਾਰਿਆਂ ਨੂੰ ਪਤਾ ਹੈ ਉਹ ਦਿਵਾਲੀਆ ਹੋ ਚੁੱਕਿਆ ਸੀਗਾ ਤੇ ਪਾਕਿਸਤਾਨ ਜਿਹੜਾ ਹੈ ਹੋਣ ਦੀ ਕਗਾਰ ਦੇ ਵਿੱਚ ਹੈ। ਤੇ ਇਹ ਤੁਸੀਂ ਦੱਸੋ ਕਿ ਪਾਕਿਸਤਾਨ ਔਰ ਸ਼੍ਰੀਲੰਕਾ ਦੇ ਵਿੱਚ ਸਿਮਿਲਰਿਟੀ ਕੀ ਹੈ? ਦੇਖੋ ਜੀ, ਦੋਨੋਂ ਦੀ ਕਹਾਣੀ ਬਹੁਤ ਆਪਸ 'ਚ ਸਮਾਨਤਾ ਮਿਲਦੀ ਹੈ ਕਿ ਦੋਨੋਂ ਇਕੱਠੇ ਹੀ ਬਰਬਾਦ ਹੋਣੇ ਸ਼ੁਰੂ ਹੋਏ ਸੀ। ਕਿ ਸ਼੍ਰੀਲੰਕਾ ਥੋੜਾ ਪਹਿਲਾਂ ਬਰਬਾਦ ਹੋ ਗਿਆ, ਪਾਕਿਸਤਾਨ ਥੋੜਾ ਜਿਹਾ ਐਕਸਟੈਂਡ ਹੋ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪੋਲੀਟੀਕਲ ਸੀਗੇ ਉਹਦੇ ਕਰਕੇ, ਜਿਹੜੇ ਇਹਨਾਂ ਦੇ ਇਮਰਾਨ ਖਾਨ ਜਾਂ ਦੂਜੇ ਆਏ ਹੈਗੇ ਸ਼ਰੀਫ, ਜਿਹੜੇ ਉਹਨਾਂ ਦੇ PM ਆਏ ਹੈਗੇ, ਤਾਂ ਉਹਦੇ ਕਰਕੇ ਉਹਨਾਂ ਨੂੰ ਥੋੜਾ ਜਿਹਾ ਇੱਕ ਟਾਈਮ ਮਿਲ ਗਿਆ। ਨਹੀਂ ਤਾਂ ਹੁਣ ਬਰਬਾਦ ਤਾਂ ਇਮਰਾਨ ਖਾਨ ਨੇ ਹੀ ਕਰ ਦੇਣਾ ਸੀਗਾ ਚੰਗੀ ਤਰ੍ਹਾਂ, ਬਟ ਉਹਨਾਂ ਨੂੰ ਥੋੜਾ ਜਿਹਾ ਮੌਕਾ ਮਿਲ ਗਿਆ। ਤਾਂ ਦੋਨੋਂ ਦੀ ਕਹਾਣੀ ਇੱਕਦਮ ਮਿਲਦੀ ਜੁਲਦੀ ਹੈਗੀ, ਕੋਈ ਜ਼ਿਆਦਾ ਅਸਮਾਨਤਾ ਨਹੀਂ ਹੈਗੀ ਆ। ਦੋਨੋਂ ਦੇ ਦੇਖੋ ਜੀ, ਲੰਬੇ ਸਮੇਂ ਤੋਂ ਇਹ ਕਰਜ਼ੇ ਲੈਂਦੇ ਰਹੇ ਹੈਗੇ ਆ। ਹੋਰ ਇਹ ਗੱਲ ਕਿਸੇ ਤੋਂ ਨਹੀਂ ਛੁਪੀ ਹੈਗੀ ਕਿ ਉਹ ਕਰਜ਼ਾ ਕਿੱਥੋਂ ਲੈਂਦੇ ਰਹੇ ਸੀ, ਚੀਨ ਦੇ ਨਾਲ ਉਹਨਾਂ ਦੇ ਕਿੱਦਾਂ ਦੇ ਸੰਬੰਧ ਸੀ। ਚੀਨ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਜੋ ਕਰਜ਼ਾ ਮਿਲ ਰਿਹਾ ਸਾਡੀ ਇਕਨੋਮੀ ਵਾਸਤੇ, ਜਾਂ ਉਹ ਪੈਸਾ ਇਹਨਾਂ ਨੇ ਇਕਨੋਮੀ ਤੇ ਯੂਜ਼ ਕੀਤਾ, ਪਰਸਨਲ ਯੂਜ਼ ਕੀਤਾ, ਕਿੱਧਰ ਕੀਤਾ ਕਿਸੇ ਨੂੰ ਨਹੀਂ ਪਤਾ ਹੈਗਾ। ਤਾਂ ਇਹ ਚੀਜ਼ਾਂ ਹੌਲੀ ਹੌਲੀ ਇੱਕ ਲੈਵਲ ਤੇ ਆ ਕੇ ਦੋਨੋਂ ਹੀ ਇਕੱਠੇ ਬਰਬਾਦ ਹੋਏ ਆ। ਬਟ ਸ਼੍ਰੀਲੰਕਾ ਥੋੜਾ 1 ਸਾਲ ਪਹਿਲਾਂ ਹੋ ਗਿਆ ਸੀ, ਤਾਂ ਪਾਕਿਸਤਾਨ ਅੱਜ ਉਸ ਇੱਕ ਦਰਵਾਜ਼ੇ ਤੇ ਆ ਕੇ ਖੜਾ ਹੋ ਗਿਆ ਕਿ ਜਿੱਥੋਂ ਦੀ ਉਹਦੇ ਵਾਸਤੇ ਦਰਵਾਜ਼ਾ ਖੁੱਲ੍ਹਣਾ ਬਹੁਤ ਔਖਾ ਹੈਗਾ। ਤਾਂ ਉਹ ਬਹੁਤ ਜ਼ਬਰਦਸਤ ਕ੍ਰਾਈਸਿਸ ਵਿੱਚ ਹੈਗਾ। ਤਾਂ ਸਾਡਾ ਮੁੱਦਾ ਵੀ ਅੱਜ ਇਸੇ ਟੌਪਿਕ ਤੇ ਹੈ, ਤਾਂ ਇਸੇ ਟੌਪਿਕ ਤੇ ਅਸੀਂ ਪੂਰੇ ਵਿਸਤਾਰ ਨਾਲ ਸਾਰੀ ਗੱਲਬਾਤ ਕਰਾਂਗੇ। ਪਾਕਿਸਤਾਨ ਨੂੰ, ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਇਕੱਠੇ ਆਜ਼ਾਦ ਹੋਏ ਆ, ਉਹ ਆਪਣੇ ਆਪ ਨੂੰ ਇੱਕ ਦਿਨ ਪਹਿਲੋਂ ਗਿਣਦੇ ਆ, ਅਸੀਂ ਆਪਣੇ ਆਪ ਨੂੰ ਇੱਕ ਦਿਨ ਬਾਅਦ 'ਚ ਗਿਣਦੇ ਹਾਂ। ਲੇਕਿਨ ਜਿੱਥੇ ਭਾਰਤ ਦੇ ਵਿੱਚ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾਇਆ ਜਾ ਰਿਹਾ, ਮਹਾ ਉਤਸਵ ਮਨਾਇਆ ਜਾ ਰਿਹਾ, ਉੱਥੇ ਹੀ ਪਾਕਿਸਤਾਨ ਦੇ ਵਿੱਚ ਇਹ ਹਾਲਾਤ ਨੇ ਕਿ ਪਤਾ ਨਹੀਂ ਕਿਸ ਵੇਲੇ ਆਰਥਿਕ ਤੌਰ ਤੇ ਪਾਕਿਸਤਾਨ ਦਿਵਾਲੀਆ ਐਲਾਨਿਆ ਜਾਵੇ ਔਰ ਚਾਈਨਾ ਜਿਹੜਾ ਹੈ ਉਹ ਉਸਦੀ ਕਾਫੀ ਹਿੱਸੇ ਤੇ ਕਬਜ਼ਾ ਕਰ ਲਵੇ। ਦੇਖੋ ਜੀ, ਹੁਣ ਅਸੀਂ ਗੱਲ ਕਰੀਏ ਪਹਿਲਾਂ ਸ਼੍ਰੀਲੰਕਾ ਦੀ। ਸ਼੍ਰੀਲੰਕਾ 'ਚ ਵੀ ਜਿਹੜੀ ਰਾਜਨੀਤਿਕ ਉਥਾ ਪਥਾ ਕਿ ਸਾਰਾ ਕੁਝ ਉਹੀ ਹਾਲਾਤ ਪਾਕਿਸਤਾਨ ਦੇ ਵੀ ਸੀ। ਉੱਥੇ ਇਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰਸ਼ਿਪ ਹੈ ਜਾਂ ਲੋਕਤੰਤਰ ਸਰਕਾਰ ਸੀ, ਉਹ ਟਿਕ ਨਹੀਂ ਰਹੀ ਸੀ। ਨਾ ਉਹ ਲੋਕਾਂ ਤੇ ਵਿਸ਼ਵਾਸ ਬਣਾ ਪਾ ਰਹੇ ਸੀ, ਨਾ ਲੋਕਾਂ ਨੂੰ ਜੋ ਚੀਜ਼ ਚਾਹੀਦੀ ਹੈ ਉੱਦਾਂ ਦੀ ਪ੍ਰੋਵਾਈਡ ਕਰ ਪਾ ਰਹੇ ਸੀ। ਬਟ ਉਹ ਜਿੰਨੇ ਵੀ PM CM ਜੋ ਵੀ ਆਏ ਹੈਗੇ ਗਏ ਹੈਗੇ ਆ, ਉਹ ਸਿਰਫ ਇਹੀ ਦੇਖਦੇ ਰਹੇ ਕਿ ਅਸੀਂ ਕਿੰਨਾ ਕਰਜ਼ਾ ਲੈ ਸਕਦੇ ਹਾਂ, ਕੀ ਕਰ ਸਕਦੇ ਹਾਂ, ਜਾਂ ਉਹਨਾਂ ਨੇ ਖਾ ਲਿਆ ਜਾਂ ਪੀ ਲਿਆ। ਇਕਨੋਮੀ ਨੂੰ ਉਹ ਪੈਸਾ ਮਿਲਿਆ ਨਹੀਂ। ਹੋਰ ਐਂਡ ਵਿੱਚ ਜਦੋਂ ਇੰਨੇ ਤੁਸੀਂ ਕਰਜ਼ਾ ਲੈ ਲੈਂਦੇ ਹੈਗੇ, ਤਾਂ ਉਹ ਤੁਸੀਂ ਜਦੋਂ ਛੱਡ ਕੇ ਜਾਓਗੇ ਤਾਂ ਜਿਹੜਾ ਵੀ ਦੂਸਰਾ ਬੰਦਾ ਆਊਗਾ ਉਹਦੇ ਵਾਸਤੇ ਉਹ ਕਰਜ਼ਾ ਵਾਪਸ ਕਰਨਾ, ਕਿੱਥੋਂ ਕਰਜ਼ਾ ਵਾਪਸ ਕਰੂਗਾ ਜਦ ਇਕਨੋਮੀ 'ਚ ਉਹ ਪੈਸਾ ਹੀ ਕੁਛ ਨਹੀਂ ਹੈਗਾ। ਤਾਂ ਸਾਰਿਆਂ ਨਾਲੋਂ ਵੱਡਾ ਰੀਜ਼ਨ ਤਾਂ ਇੱਕ ਤਾਂ ਪੋਲੀਟੀਕਲ ਜਿਹੜੀ ਸਟੈਬਿਲਿਟੀ ਦੋਨੋਂ ਕੰਟਰੀਆਂ ਵਿੱਚ ਮਿਸਿੰਗ ਸੀਗੀ। ਹੁਣ ਤੁਸੀਂ ਦੇਖ ਸਕਦੇ ਹੋ ਉਹਦੇ ਕੰਪੇਅਰ 'ਚ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਲਾਸਟ 10 ਸਾਲਾਂ ਵਿੱਚ BJP ਜਿਹੜੀ ਰੂਲਿੰਗ ਹੈਗੀ ਹੈ, ਕੰਟੀਨਿਊਸ ਪਾਵਰ ਵਿੱਚ ਹੈਗੀ ਹੈ, ਤਾਂ ਸਟੇਬਿਲਿਟੀ ਸਾਨੂੰ ਮਿਲੀ ਹੈਗੀ ਹੈ। ਜੇ ਸਾਡੇ ਵੀ ਹਰ 2 ਸਾਲ 'ਚ ਇੱਕ ਇਲੈਕਸ਼ਨ ਹੋ ਜਾਣ ਤਾਂ ਕਿੰਨਾ ਖਰਚਾ ਇਲੈਕਸ਼ਨ 'ਤੇ ਹੁੰਦਾ, ਉਹਦੇ ਬਾਅਦ ਫਿਰ ਇੱਕ ਨਵੇਂ ਰੂਲ ਬਣਦੇ ਹੈਗੇ, ਫਿਰ ਉਠਾ ਪਟਕ ਹੁੰਦੀ ਹੈ। ਤਾਂ ਇਹ ਚੀਜ਼ਾਂ ਤੋਂ ਭਾਰਤ ਹਾਲੇ ਬਚੇ ਹੋਏ ਸੀਗਾ। ਇਹ ਦੋਨਾਂ ਦੇ ਜੋ ਪੋਲੀਟੀਕਲ ਇਸ਼ੂ ਚੱਲ ਰਹੇ ਸੀ, ਇਹਦੇ ਵਿੱਚ ਸਾਰਿਆਂ ਨਾਲੋਂ ਬੜਾ ਇਹਨਾਂ ਨੂੰ ਬਰਬਾਦ ਕਰਨ ਦਾ ਜਿਹੜਾ ਰੋਲ ਸਾਹਮਣੇ ਆਇਆ ਹੈਗਾ ਉਹ ਹੈਗਾ ਕੋਵਿਡ ਦਾ। ਔਰ ਜੇ ਅਸੀਂ ਕੋਵਿਡ ਦੀ ਗੱਲ ਕਰੀਏ, ਉਹ 'ਚ ਵੀ ਚਾਈਨਾ ਦਾ ਹੱਥ ਸੀਗਾ। ਕੋਵਿਡ ਚਾਈਨਾ ਤੋਂ ਨਿਕਲਿਆ, ਉਹਨ ਪੂਰੇ ਦੁਨੀਆ ਭਰ 'ਚ ਸਾਰੇ ਪਾਸੇ ਬਰਬਾਦੀ ਕੀਤੀ। ਔਰ ਸਾਰਿਆਂ ਨਾਲੋਂ ਜ਼ਿਆਦਾ ਬਰਬਾਦੀ ਜਿਹੜੇ ਛੋਟੇ ਛੋਟੇ ਕੰਟਰੀ ਸੀ ਉਹਨਾਂ ਵਾਸਤੇ ਮੁਸ਼ਕਿਲ ਟਾਈਮ ਬਹੁਤ ਹੀ ਔਖਾ ਹੋ ਗਿਆ। ਤਾਂ ਤੁਸੀਂ ਦੇਖੋ, ਉਹਦੇ ਬਾਅਦ ਜੇ ਆਪਾਂ ਦੂਸਰੀ ਗੱਲ ਕਰੀਏ ਕਿ ਇਹਨਾਂ ਦੀ ਬਰਬਾਦੀ ਵਿੱਚ ਕਿਸ ਚੀਜ਼ ਦਾ ਜ਼ਿਆਦਾ ਸੀਗਾ, ਤਾਂ ਦੋਨੋਂ ਕੰਟਰੀ ਜਿਹੜੇ ਆਪਣੇ ਕੀ ਕਹਿੰਦੇ ਸ਼੍ਰੀਲੰਕਾ ਤਾਂ ਪਾਕਿਸਤਾਨ ਹੈਗਾ, ਇਹਨਾਂ ਦਾ ਇੰਪੋਰਟ ਐਕਸਪੋਰਟ ਬਹੁਤ ਜ਼ਬਰਦਸਤ ਡਿਫਰੈਂਸ ਹੈਗਾ। ਕਿੰਨਾ ਇੰਪੋਰਟ ਕਰਦੇ ਸੀ, ਕਿੰਨਾ ਐਕਸਪੋਰਟ ਕਰਦੇ, ਉਹ ਅੱਗੇ ਜਾ ਕੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਹਾਲੇ ਜਿਹੜੇ ਮੋਟੇ ਪੁਆਇੰਟ ਹੈ ਉਹ ਮੈਂ ਤੁਹਾਨੂੰ ਦੱਸ ਰਿਹਾਗਾ ਕਿ ਇਹਨਾਂ ਦਾ ਇੰਪੋਰਟ ਐਕਸਪੋਰਟ ਦੇ ਜਿਹੜਾ ਬੈਲੈਂਸ ਖਰਾਬ ਹੋਣ ਕਰਕੇ ਪੂਰੀ ਇਕਨੋਮੀ ਬਰਬਾਦ ਹੋ ਗਈ। ਤਾਂ ਇਹ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲ ਸਕੇ। ਹੋਰ ਤੀਸਰੀ ਗੱਲ ਸੀ ਸ਼੍ਰੀਲੰਕਾ ਤੋਂ ਇਹਨਾਂ ਦੇ ਜਿਹੜਾ ਰਿਜ਼ਰਵ ਹੁੰਦਾ ਹੈਗਾ, ਫੋਰਨ ਰਿਜ਼ਰਵ,
ਪਹਿਲਾਂ ਸ਼੍ਰੀਲੰਕਾ ਦਾ ਖਤਮ ਹੋਇਆ ਔਰ ਅੱਜ ਦੀ ਤਾਰੀਖ ਵਿੱਚ 9 ਫਰਵਰੀ ਵਿੱਚ ਗੱਲ ਕਰੀਏ 2.9 ਅਰਬ ਡਾਲਰ ਹੀ ਰਹਿ ਗਿਆ, ਜਿਹੜਾ ਕਹਿੰਦੇ ਹੈ ਕਿ ਮੋਸਟਲੀ 2 ਹਫ਼ਤੇ ਦਾ ਹੀ ਸ਼ਾਇਦ 15 ਦਿਨ ਦਾ ਹੀ ਰਿਜ਼ਰਵ ਹੈਗਾ। ਉਹ ਰਿਜ਼ਰਵ ਦਾ ਜੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸੀਏ, ਉਹਦਾ ਪਰਪਸ ਹੈ ਕਿ ਜੋ ਕੰਟਰੀ ਆਪਣਾ ਇੰਪੋਰਟ ਕਰਦੀ ਹੈ ਸਮਾਨ, ਉਹਨੂੰ ਪੈਸੇ ਪੇ ਕਰਨੇ ਪੈਂਦੇ, ਤਾਂ ਸਿਰਫ 2 ਹਫ਼ਤੇ ਦਾ ਹੀ ਜੋ ਪੈਟਰੋਲ ਜਾਂ ਦੇਖੋ ਅੱਜ ਦੀ ਇੰਡੀਆ ਵੀ ਹਰ ਚੀਜ਼ ਬਾਹਰੋਂ ਹੀ ਇੰਪੋਰਟ ਹੋ ਕੇ ਆਉਂਦੀ ਹੈ, ਅਸੀਂ ਆਪਣਾ ਕੁਝ ਪ੍ਰੋਡਕਸ਼ਨ ਨਹੀਂ ਕਰਦੇ। ਤਾਂ ਇਹ ਛੋਟੀ ਕੰਟਰੀਜ਼ ਦਾ ਵੀ ਇਹੀ ਹਾਲ ਹੈ। ਉੱਥੇ ਦੇਖੋ ਜੇ ਬਿਜਲੀ ਹੋ ਗਈ ਜਾਂ ਪਾਣੀ ਹੋ ਗਿਆ ਜਾਂ ਸਬਜ਼ੀਆਂ ਫਰੂਟ ਜਾਂ ਤੇਲ ਕਰੂਡ ਆਇਲ ਸਾਰਾ ਕੁਝ ਤੁਸੀਂ ਇੰਪੋਰਟ ਕਰਨਾ, ਜੇ ਤੁਹਾਡੇ ਕੋਲ ਪੈਸਾ ਨਹੀਂ ਰਹੂਗਾ ਤੁਸੀਂ ਇੰਪੋਰਟ ਕਿੱਥੇ ਕਰੋਗੇ। ਤਾਂ ਇਹੀ ਚਰਚਾ ਆਪਾਂ ਅੱਗੇ ਕਰਾਂਗੇ ਡਿਟੇਲ ਵਿੱਚ ਕਿ ਇਹਦੇ 'ਚ ਕੀ ਕੀ ਪੁਆਇੰਟ ਸੀ ਜਿਹਦੇ ਕਰਕੇ ਇਹਨਾਂ ਨੂੰ ਇਹ ਮਾਰਾਮਾਰੀ ਹੋ ਗਈ। ਤਾਂ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਕਿ ਅੱਜ ਕਿੰਨੀ ਤਾਰੀਖ ਹੋ ਗਈ, 14-15 ਹੋ ਚੱਲੀ ਹੈ। ਤਾਂ ਇਸ ਤੋਂ ਪਹਿਲਾਂ IMF ਜਿਹੜੇ ਵਰਲਡ ਬੈਂਕ ਹੈਗੀ ਆ, ਉਹ ਪਾਕਿਸਤਾਨ 'ਚ ਉਹਨਾਂ ਦੀ ਟੀਮ ਆਈ ਸੀ 31 ਜਨਵਰੀ ਨੂੰ। ਉਹਨਾਂ ਨੇ 10 ਦਿਨ ਇੱਥੇ ਲਗਾਏ 9 ਫਰਵਰੀ ਤੱਕ। 9 ਫਰਵਰੀ ਤੱਕ ਉਹਨਾਂ ਦੀ ਟੀਮ ਇੱਥੇ ਪੂਰੀ ਪਾਕਿਸਤਾਨ ਨਾਲ ਜਮੀ ਰਹੀ ਆ। ਤਾਂ ਉਹਨਾਂ ਨੇ ਇਹਨਾਂ ਦੇ ਬਹੁਤ ਸਾਰੇ ਪਾਕਿਸਤਾਨ ਨੇ ਪੂਰੀ ਕੋਸ਼ਿਸ਼ ਕੀਤੀ ਹੈਗੀ ਆ ਕਿ ਅਸੀਂ ਇਹਨਾਂ ਨੂੰ ਸੈਟਲ ਕਰਾਂਗੇ, ਇਹਨਾਂ ਤੋਂ ਕਰਜ਼ਾ ਅਸੀਂ ਮਾਫ ਕਰਵਾ ਲਾਂਗੇ। ਤਾਂ ਪਾਕਿਸਤਾਨ ਨੂੰ ਉਹਨਾਂ ਨੇ 3 ਵੱਡੀਆਂ ਸ਼ਰਤਾਂ ਰੱਖੀਆਂ ਸੀ। ਉਹਦੇ ਵਿੱਚ ਜਿਹੜੀ ਸਰਨਾ ਵੱਡੀ ਸ਼ਰਤ ਰੱਖੀ ਹੈ ਪਾਕਿਸਤਾਨ ਵਾਸਤੇ, ਉਹ ਸ਼ਰਤ ਮਨਜ਼ੂਰ ਕਰਨੀ ਕਾਫੀ ਔਖੀ ਸੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ IMF ਦੀ ਜਿਹੜੀ ਸਰਨਾ ਵੱਡੀ ਸ਼ਰਤ ਸੀ ਕਿ ਪਾਕਿਸਤਾਨ ਦੇ ਉੱਤੇ ਇਸ ਵੇਲੇ 900 ਅਰਬ ਡਾਲਰ ਦਾ ਇੱਕ ਲੋਨ ਚੱਲਦਾ ਪਿਆ। ਤਾਂ ਉਹ ਕਹਿੰਦੇ ਜੀ ਤੁਹਾਡੇ ਉੱਤੇ ਕੰਟਰੀ ਦੇ 900 ਅਰਬ ਡਾਲਰ ਦਾ ਜਿਹੜਾ ਕਰਜ਼ਾ ਚੱਲ ਰਿਹਾ, ਇਹਨੂੰ ਤੁਸੀਂ ਕਵਰ ਕਰਨ ਵਾਸਤੇ ਰਿਕਵਰ ਕਰਨ ਵਾਸਤੇ ਤੁਸੀਂ ਆਪਣੇ ਲੋਕਾਂ ਤੋਂ 200 ਅਰਬ ਦਾ ਤੁਸੀਂ ਉਹਨਾਂ ਤੋਂ ਟੈਕਸ ਵਸੂਲਣਾ ਹੈਗਾ, ਜੋ ਇਹ ਪਾਕਿਸਤਾਨ ਸਰਕਾਰ ਵਾਸਤੇ ਇਸ ਲਈ ਬਹੁਤ ਹੀ ਔਖਾ ਕੰਮ ਹੈਗਾ। ਤਾਂ ਉਹਨਾਂ ਨੇ ਦੂਸਰੀ ਸ਼ਰਤ ਰੱਖੀ ਸੀ ਕਿ ਤੁਸੀਂ ਆਪਣੇ ਕੰਟਰੀ ਤੋਂ ਜੋ ਵੀ ਸਮਾਨ ਐਕਸਪੋਰਟ ਹੁੰਦਾ ਹੈਗਾ ਉਹਦੇ ਉੱਤੇ ਜਿਹੜਾ ਟੈਕਸ ਲੱਗ ਰਿਹਾ ਉਹਨੂੰ ਘਟਾਓ, ਤੁਹਾਡਾ ਐਕਸਪੋਰਟ ਵਧੂਗਾ ਤਾਂ ਤੁਹਾਡੀ ਇਕਨੋਮੀ ਬੈਟਰ ਹੋਊਗੀ। ਤਾਂ ਉਹਦੇ ਬਾਅਦ ਜਿਹੜੀ ਉਹਨਾਂ ਨੇ ਤੀਸਰੀ ਸ਼ਰਤ ਰੱਖੀ ਸੀਗੀ, ਤੁਹਾਡਾ ਜਿਹੜਾ ਫੋਰਨ ਰਿਜ਼ਰਵ ਬੈਲੈਂਸ ਹੈਗਾ ਆ ਕੰਟਰੀ ਵਿੱਚ, ਜਿਹੜਾ ਡਾਲਰ ਆ ਉਹ ਘਟਣਾ ਨਹੀਂ ਚਾਹੀਦਾ। ਉਹਦੇ ਵਾਸਤੇ ਤੁਸੀਂ ਚਾਈਨਾ ਤੋਂ ਮਦਦ ਲਓ, UAE ਤੋਂ ਮਦਦ ਲਓ ਜਾਂ ਤੁਹਾਡਾ ਸਾਊਦੀ ਅਰਬ ਹੈਗਾ ਉਹ ਤੋਂ ਲਓ। ਇਹ 3 ਚੀਜ਼ਾਂ ਫੁੱਲਫਿਲ ਕਰਨ ਦੀ ਉਹਨਾਂ ਨੇ ਡਿਮਾਂਡ ਰੱਖੀ ਸੀ IMF ਨੇ। ਉਹਦੇ ਅਗੇਂਸਟ ਉਹਨਾਂ ਨੂੰ 1.1 ਅਰਬ ਡਾਲਰ ਦਾ ਜਿਹੜਾ ਇੱਕ ਲੋਨ ਸੈਂਕਸ਼ਨ ਹੋਣਾ ਸੀਗਾ। ਤਾਂ ਇਹ ਗੱਲਬਾਤ 10 ਦਿਨ ਚੱਲੀ ਹੈ। ਤਾਂ 10 ਦਿਨਾਂ 'ਚ ਇਹ ਸਾਰੀ ਗੱਲਾਂ ਪਿੱਛੇ ਨੂੰ ਚੱਲ ਗਈ, ਕਿਉਂਕਿ ਇਹ ਸਾਰੀ ਚੀਜ਼ਾਂ ਯੈਸ ਕਰਨ ਵਾਸਤੇ ਪਾਕਿਸਤਾਨ ਨੇ ਕੁਝ ਸਮਾਂ ਮੰਗਿਆ ਹੈਗਾ। ਬਟ ਮੈਨੂੰ ਲੱਗਦਾ ਨਹੀਂ ਕਿ ਉਹ ਸਾਰੀ ਚੀਜ਼ਾਂ ਐਕਸੈਸ ਯੈਸ ਕਰੂਗਾ, ਕਿਉਂਕਿ ਇਹਦੇ ਨਾਲ ਲੋਕਾਂ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਜਾਣਾ ਹੈਗਾ। ਆਲਰੇਡੀ ਹੁਣ ਇਕਨੋਮੀ 'ਚ ਇੰਨਾ ਪੈਸਾ ਨਹੀਂ ਲੋਕਾਂ ਕੋਲ, ਤਾਂ 200 ਅਰਬ ਡਾਲਰ ਲੋਕੀ ਕਿੱਥੋਂ ਦੇ ਦੇਣਗੇ। ਮੈਂ ਜਿਹੜੀ ਚੀਜ਼ ਅਜੇ ਕੁਝ ਦਿਨਾਂ ਤੋਂ ਦੇਖ ਰਿਹਾ ਪਾਕਿਸਤਾਨੀ ਟੀਵੀ ਦੇ ਉੱਪਰ, ਤੁਸੀਂ ਦੇਖਿਆ ਹੋਣਾ ਪਾਕਿਸਤਾਨੀ ਟੀਵੀ ਦੇ ਵਿੱਚ ਮਜ਼ਾਕੀਆ ਪ੍ਰੋਗਰਾਮ ਬਹੁਤ ਬਣ ਰਹੇ ਆਪਣੀ ਹੀ ਗਵਰਨਮੈਂਟ 'ਤੇ। ਉਹ ਇਮਰਾਨ ਖਾਨ ਜਦੋਂ ਗਏ ਹੈ, ਇਮਰਾਨ ਖਾਨ ਇੱਕ ਬਣਾ ਲੈਂਦੇ ਆ ਨਕਲੀ ਜਿਹਾ ਇਮਰਾਨ ਖਾਨ ਬਣਾ ਲੈਂਦੇ, ਜਿਹੜਾ ਸ਼ਹਿਬਾਜ਼ ਸ਼ਰੀਫ ਜਿਹੜੇ ਪ੍ਰਧਾਨ ਮੰਤਰੀ ਹੈ ਨਵਾਜ਼ ਸ਼ਰੀਫ ਦੇ ਭਰਾ, ਇੱਕ ਉਹ ਬਣ ਕੇ ਬਹਿ ਜਾਂਦਾ, ਇੱਕ ਆਮ ਪਬਲਿਕ ਬਣ ਕੇ ਬਹਿ ਜਾਂਦਾ। ਉਹ ਜਲੂਸ ਕੱਢਦੇ ਆ ਪਾਕਿਸਤਾਨ ਸਰਕਾਰ ਦਾ ਆਪਣੇ ਆਪ, ਮਤਲਬ ਆਪ ਹੀ ਆਪਣੇ ਟੀਵੀ 'ਤੇ। ਜਿੱਦਾਂ ਹਿੰਦੁਸਤਾਨ 'ਚ ਤਾਂ ਤਕਰੀਬਨ ਇੱਦਾਂ ਦਾ ਨਹੀਂ ਹੁੰਦਾ, ਲੇਕਿਨ ਉੱਥੇ ਇੱਕ ਪ੍ਰੋਗਰਾਮ ਜਿਹੜੇ ਮਤਲਬ ਬਣ ਰਹੇ ਆ, ਉਹਨਾਂ ਦੀ ਜਿਹੜੀ ਕਲਿੱਪ ਕੱਟ ਕੇ ਵੀਡੀਓ ਜਿਹੜੇ ਉਹ ਵਾਇਰਲ ਹੋ ਰਹੇ ਸੋਸ਼ਲ ਮੀਡੀਆ 'ਤੇ ਕਿ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ। ਉਹਦੇ 'ਚ ਇੱਕ ਚੀਜ਼ ਉਹਨਾਂ ਨੇ ਪੈਟਰੋਲ ਦੀ ਕੀਮਤ ਨੂੰ ਦਰਸਾਉਣ ਵਾਸਤੇ, ਮੈਂ ਪਿੱਛੇ ਦੇਖਿਆ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਬੜੀ ਸ਼ਾਨਦਾਰ। ਇੱਕ ਬੰਦਾ ਮੋਟਰਸਾਈਕਲ ਲੈ ਕੇ ਆਉਂਦਾ, ਉਹ ਕਹਿੰਦਾ ਭਾਜੀ ਮੇਰੇ ਕੋਲ ਮੋਟਰਸਾਈਕਲ ਤੇ ਹੈਗਾ, ਮੇਰੇ ਕੋਲ ਪੈਟਰੋਲ ਦੇ ਪੈਸੇ ਨਹੀਂ ਹੈਗੇ। ਉਹ ਕਹਿੰਦਾ ਤੂੰ ਰੁਕ, ਪੈਟਰੋਲ ਮੇਰੇ ਕੋਲ ਪਿਆ। ਉਹ ਭੱਜ ਕੇ ਜਾਂਦਾ ਅੰਦਰ, ਤਿਜੋਰੀ ਦਾ ਜਿੰਦਰਾ ਖੋਲ੍ਹਦਾ, ਅੰਦਰ ਇੱਕ ਹੋਰ ਦਰਾਜ ਹੁੰਦੀ ਉਹਦੀ ਜਿੰਦਰਾ ਖੋਲ੍ਹਦਾ, ਫਿਰ ਇੱਕ ਹੋਰ ਦਰਾਜ ਹੁੰਦੀ ਉਹਦਾ ਜਿੰਦਰਾ ਖੋਲ੍ਹਦਾ, ਉਹ ਕੱਢਦਾ, ਇੰਨੀ ਕੁ ਸ਼ੀਸ਼ੀ ਪਈ ਹੁੰਦੀ ਹੈ ਉਹਦੇ 'ਚ, ਲੈ ਕੇ ਤੇਲ ਲੈ ਕੇ ਆਉਂਦਾ, ਇੱਕ ਰੂਹ ਦਾ ਫੂਆ ਲੈ ਕੇ ਆਉਂਦਾ, ਉਹਨੂੰ ਡੁਬੋਂਦਾ ਅਤੇ ਐਂ ਕਰਕੇ ਉਹਦੀ ਟੈਂਕੀ ਦੇ ਵਿੱਚ ਪਾਉਂਦਾ। ਬੜਾ ਅਜੀਬ ਜਿਹਾ ਮਾਹੌਲ, ਯਾਨੀ ਆਪਣੀ ਸਰਕਾਰ ਦਾ ਇੰਨਾ ਜਲੂਸ ਕੱਢ ਰਹੇ। ਕਹਿੰਦਾ ਮਤਲਬ ਕਿ ਦੇਖੋ ਪਾਕਿਸਤਾਨ ਦੇ ਵਿੱਚ ਜਿਹੜੀ ਅਸਥਿਰਤਾ ਆ ਉਹ ਪੋਲੀਟੀਕਲੀ ਤਾਂ ਹੈਗੀ, ਕਿਉਂਕਿ ਪਾਕਿਸਤਾਨ ਦੇ ਵਿੱਚ ਹਮੇਸ਼ਾ ਆਰਮੀ ਹੀ ਹੁਕੂਮਤ ਕਰਦੀ ਰਹੀ ਹੈ। ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈਗੀ ਹੈ। ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਸਰਕਾਰ ਸੀਗੀ, ਉਹਦੇ ਉੱਤੇ ਵੀ ਬਹੁਤ ਸਾਰੇ ਇੱਦਾਂ ਦੇ ਐਲੀਗੇਸ਼ਨ ਲੱਗੇ ਕਿ ਇਮਰਾਨ ਖਾਨ ਨੇ ਪੋਲੀਟੀਕਲੀ ਬਹੁਤ ਪੈਸਾ ਖਾਦਾ ਵੀ ਹੈਗਾ। ਤੁਸੀਂ ਦੇਖੋਗੇ ਖਬਰ ਵਿੱਚ ਆਈ ਸੀ ਕਿ ਇਹਨਾਂ ਨੂੰ ਕੁਝ ਗਿਫਟ ਮਿਲੇ ਸੀਗੇ ਜੀ ਫੋਰਨ ਕੰਟਰੀਜ਼ ਤੋਂ, ਔਰ ਕੁਝ ਸਮੇਂ ਬਾਅਦ ਉਹੀ ਗਿਫਟ ਇਹ ਵੇਚਣ ਵੀ ਤੁਰ ਪਏ, ਔਰ ਉਹ ਜਿਨ੍ਹਾਂ ਨੇ ਗਿਫਟ ਦਿੱਤੇ ਸੀ ਉਹਨਾਂ ਨੂੰ ਪਤਾ ਵੀ ਲੱਗ ਗਿਆ। ਉਹ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਹੈਗੀ ਕਿ ਤੁਹਾਨੂੰ ਕੋਈ ਗਿਫਟ ਮਿਲੇ ਇੰਨੇ, ਉਹ ਜਦਕਿ ਉਹ ਤੁਸੀਂ ਵੇਚ ਨਹੀਂ ਸਕਦੇ। ਔਰ ਇਮਰਾਨ ਖਾਨ ਨੇ ਉਹ ਵੇਚ ਕੇ ਪੈਸੇ ਖਾ ਪੀ ਲਏ, ਹਜਮ ਹੋ ਗਏ, ਉਤੋਂ ਮੁਕਰ ਗਏ। ਮਤਲਬ ਉਹ ਦੇਸ਼ ਦਾ ਹੀ ਪੈਸਾ ਇੰਨਾ ਖਾ ਪੀ ਗਏ ਆ ਕਿ ਇਕਨੋਮੀ ਤੇ ਤਾਂ ਅਸਰ ਪੈਣਾ ਸੀ। ਹੁਣ ਆਪਾਂ ਚਰਚਾ ਕਰ ਰਹੇ ਸੀ ਕਿ ਇਹ ਦੋਨੋਂ ਕੰਟਰੀ ਦੇ ਬਰਬਾਦੀ ਵਿੱਚ ਕਿਹਦਾ ਹੱਥ ਵੱਡਾ ਹੈਗਾ। ਤਾਂ ਇਹ 'ਚ ਜਿਹੜਾ ਗੱਲ ਨਿਕਲ ਕੇ ਆ ਰਹੀ ਹੈ ਉਹ ਹੈਗੀ ਚੀਨ ਸਰਨਾ ਬੜਾ ਇੱਕ ਬਹੁਤ ਬੜੀ ਪਾਰਟੀ ਨਜ਼ਰ ਆ ਰਹੀ ਹੈ ਕਿ ਦੋਨੋਂ ਵਿੱਚ ਇਕਨੋਮੀ 'ਚ ਉਹਨ ਹੱਥ ਬਹੁਤ ਬੜਾ ਰੋਲ ਪਲੇ ਕੀਤਾ। ਰੋਲ ਇੱਦਾਂ ਪਲੇ ਕੀਤਾ ਹੈਗਾ ਕਿ ਹੁਣ ਜਿੱਦਾਂ ਆਪਾਂ ਗੱਲ ਕਰੀਏ ਕਿ ਪਾਕਿਸਤਾਨ ਦੇ ਉੱਤੇ 100
ਬਿਲੀਅਨ ਦਾ ਜੋ 100 ਅਰਬ ਜੋ ਵੀ ਹੈਗਾ ਕਰਜ਼ਾ ਚੜਿਆ ਹੋਇਆ, ਉਹਦੇ ਵਿੱਚ 100 ਵਿੱਚੋਂ 30% ਚਾਈਨਾ ਤੋਂ ਕਰਜ਼ਾ ਲਿਆ ਹੋਇਆ। ਔਰ ਇਹੀ ਕੰਡੀਸ਼ਨ श्रीलंका ਦੀ ਵੀ ਸੀ। श्रीलंका ने भी 30 अरब ਦੇ ਕਰੀਬ ਇਹਨਾਂ ਤੋਂ ਲੋਨ ਲਿਆ ਸੀ, ਤਾਂ ਪਾਕਿਸਤਾਨ ਵੀ ਉਨਾ ਹੀ ਲਿਆ ਸੀ। ਔਰ ਇਹ ਲੋਨ ਜਿਹੜਾ ਚਾਈਨਾ ਦਿੰਦਾ ਹੈਗਾ ਆਪਣੀ ਫੈਸਿਲਿਟੀ ਵਾਸਤੇ ਦਿੰਦਾ, ਜਿੱਥੇ ਉਹਨੂੰ ਬੈਨੀਫਿਟ ਹੈਗਾ ਉੱਥੇ ਉਸ ਕੰਟਰੀ ਨੂੰ ਉਹ ਪ੍ਰੋਵਾਈਡ ਕਰਦਾ। ਔਰ ਇਹਦੀ ਕੋਈ ਟਰਮ ਕੰਡੀਸ਼ਨ ਕੁਝ ਨਹੀਂ ਹੁੰਦੀ, ਬਿਨਾਂ ਕੰਡੀਸ਼ਨ ਦੇ ਇਹ ਦਿੰਦਾ, ਬਟ ਇਹ ਆਪਣਾ ਬੈਨੀਫਿਟ ਦੇਖਦਾ ਕਿ ਮੇਰਾ ਬੈਨੀਫਿਟ ਹੈਗਾ ਤਾਂ ਮੈਂ ਦੇਣਾ ਹੈਗਾ। ਉਹ ਟਰਮਸ ਐਂਡ ਕੰਡੀਸ਼ਨ ਉਹੀ ਨਾ, ਜਿਸ ਤਰ੍ਹਾਂ ਹੁਣ ਬੈਂਕ ਜਿਹੜੇ ਹੈਗੇ, ਸਰਕਾਰੀ ਬੈਂਕ ਹੈਗੇ, ਜਿਹੜਾ ਲੋਨ ਦਿੰਦੇ, ਆਮ ਬੰਦੇ ਨੂੰ ਲੋਨ ਦਿੰਦੇ, ਉਹ ਬੜੀਆਂ ਸ਼ਰਤਾਂ ਰੱਖਦੇ, ਬੜੇ ਕਾਗਜ਼ਾਤ ਮੰਗਦੇ ਆ। ਪ੍ਰਾਈਵੇਟ ਬੈਂਕ ਨਹੀਂ ਮੰਗਦੇ, ਕਿਉਂਕਿ ਪ੍ਰਾਈਵੇਟ ਬੈਂਕ ਦਾ ਜਿਹੜਾ ਆਲਰੇਡੀ ਮਤਲਬ ਉਹ ਵਿਆਜ ਇੰਨਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਕਿੰਨੇ ਕੁ % ਜਿਹੜਾ ਉਹ ਪੇਮੈਂਟ ਹੈਗੀ ਜਿਹੜੀ ਮਰ ਜਾਏਗੀ। ਕਿਉਂਕਿ ਜੇ ਉਹ ਮੰਨ ਲਓ 100 ਬੰਦਿਆਂ ਨੂੰ ਲੋਨ ਦਿੰਦੇ ਆ ਤੇ ਕਿੰਨੇ ਬੰਦੇ ਜਿਹੜੇ ਹੈਗੇ ਲੋਨ ਮਾਰ ਲੈਣਗੇ, 10 ਬੰਦੇ ਲੋਨ ਮਾਰ ਲੈਣਗੇ, ਤੇ ਉਹਨਾਂ ਨੇ ਉਹ 90 ਬੰਦਿਆਂ ਕੋਲ ਪਹਿਲਾਂ ਹੀ ਵਿਆਜ ਇੰਨਾ ਰੱਖਿਆ ਹੁੰਦਾ। ਕਿਉਂਕਿ ਜਿਹੜਾ ਬੰਦਾ ਜਿਹੜਾ ਲੋਨ ਮਾਰਦਾ ਵੀ ਹੈ, ਕੁਛ ਤਾਂ ਮੋੜਦਾ ਹੈ ਨਾ ਤੁਹਾਨੂੰ, ਕੁਛ ਮੋੜਨ ਤੋਂ ਬਾਅਦ ਜਾ ਕੇ ਡਿਫਾਲਟਰ ਹੁੰਦਾ। ਬਿਲਕੁਲ ਉਹੀ ਚੀਜ਼ ਹੈ। ਚੀਨ ਦਾ ਕੀ ਕੰਮ ਹੈ ਕਿ ਚੀਨ ਨੇ ਜਿਹੜਾ ਹਮੇਸ਼ਾ ਲੋਨ ਚੀਨ ਉਹਦੇ ਤੇ ਦਿੰਦਾ ਹੈ ਜਿਹੜੀ ਚੀਜ਼ ਉਹਦੇ ਕੰਮ 'ਚ ਆਉਣੀ ਹੈ। ਜਿੱਦਾਂ ਹੁਣ ਪਾਕਿਸਤਾਨ ਦੇ ਵਿੱਚ ਹੈਗਾ, ਤੇ ਉਹ ਪਾਕਿਸਤਾਨ ਦੇ ਵਿੱਚ ਜਿਹੜਾ ਕੋਰੀਡੋਰ ਬਣ ਰਿਹਾ ਵਾ, ਜਿਹੜਾ ਚਾਈਨਾ ਵਾਸਤੇ ਖੁਦ ਦੇ ਵਾਸਤੇ ਫਾਇਦੇਮੰਦ ਹੈ, ਉਹਦੇ ਵਾਸਤੇ ਲੋਨ ਦੇਈ ਜਾਂਦਾ ਉਹਨਾਂ ਨੂੰ। ਜਦਕਿ ਇਸ ਵੇਲੇ ਪਾਕਿਸਤਾਨ ਨੂੰ ਲੋਨ ਜਿਹੜਾ ਹੈ ਉਹ ਆਰਥਿਕ ਮਜ਼ਬੂਤੀ ਵਾਸਤੇ ਚਾਹੀਦਾ, ਇਕਨੋਮੀ ਨੂੰ ਮਜ਼ਬੂਤ ਕਰਨ ਵਾਸਤੇ ਚਾਹੀਦਾ। ਉਹਦੇ ਵਾਸਤੇ ਉਹ ਚਾਈਨਾ ਕਦੀ ਲੋਨ ਨਹੀਂ ਦਿੰਦਾ, ਕਿਉਂਕਿ ਘੱਟ ਸ਼ਰਤਾਂ ਰੱਖਣ ਦਾ ਮਤਲਬ ਹੀ ਇਹੀ ਹੈ। ਕਿਉਂਕਿ ਮੈਂ ਜੇ ਦੇ ਰਿਹਾ ਤੇ ਇਹ ਜਿਹੜੀ ਚੀਜ਼ ਤੇ ਲੋਨ ਖਰਚ ਕਰਨ ਲੱਗੇ ਆ, ਉਹ ਲੋਨ ਜਿਹੜਾ ਆ ਨਾ, ਜਿਹੜੀ ਚੀਜ਼ ਤੇ ਲੋਨ ਖਰਚ ਕਰ ਰਹੇ ਆ, ਉਹ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਮੇਰੇ ਹੀ ਕੰਮ ਆਉਣ ਵਾਲਾ ਹੈ। ਹੁਣ ਆਪਾਂ ਦਰਸ਼ਕਾਂ ਨੂੰ ਮੈਂ 2 ਚੀਜ਼ਾਂ ਇੱਥੇ ਦੱਸਣਾ ਚਾਹੂੰਗਾ। ਇੱਕ ਹੁੰਦੀ ਹੈਗੀ IMF ਔਰ ਵਰਲਡ ਬੈਂਕ, ਜਿਹੜਾ ਲੋਕਾਂ ਨੂੰ ਲੋਨ ਦਿੰਦੀ ਹੈਗੀ ਆ, ਉਹਦੀ ਕੰਡੀਸ਼ਨਸ ਬਹੁਤ ਟਫ ਹੁੰਦੀ ਹੈਗੀਆਂ। ਉਹ ਫੁੱਲਫਿਲ ਕਰਨਾ ਹਰ ਕੰਟਰੀ ਦੇ ਬਸ ਦੀ ਗੱਲ ਨਹੀਂ ਹੁੰਦੀ। ਇਹਨਾਂ ਵਿੱਚੋਂ ਤੀਸਰਾ ਬੰਦਾ ਆ ਜਾਂਦਾ ਹੈਗਾ ਚਾਈਨਾ। ਚਾਈਨਾ ਉਹ ਕੰਟਰੀਆਂ ਲੱਜਦਾ ਹੈਗਾ ਜਿੱਥੇ ਓਪਰਚੁਨਿਟੀ ਹੈਗੀ, ਜਿੱਥੇ ਉਹਦੀ ਰਿਕੁਆਇਰਮੈਂਟ ਹੈਗੀ ਆ, ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਆ। ਇਹ ਉਹਨਾਂ ਨੂੰ ਬਿਨਾਂ ਸ਼ਰਤ ਤੇ ਲੋਨ ਦਿੰਦਾ ਹੈਗਾ, ਲੋਨ ਦੀ ਕੋਈ ਕੰਡੀਸ਼ਨਸ ਨਹੀਂ ਹੁੰਦੀ। ਹੁਣ ਤੁਹਾਨੂੰ ਮੈਂ ਦੱਸਾਂ, ਜਿੱਦਾਂ IMF ਨੇ ਜਦੋਂ ਲੋਨ ਪਾਕਿਸਤਾਨ ਨੂੰ ਦੇਣ ਵਾਸਤੇ ਕੰਡੀਸ਼ਨਸ ਰੱਖੀ ਸੀ ਕਿ ਤੁਸੀਂ ਆਪਣੀ ਜਨਤਾ ਤੋਂ ਕਿਸੇ ਜਿੰਨੀ ਵੀ ਛੂਟ ਦਿੱਤੀ, ਬਿਜਲੀ ਤੇ ਟੈਕਸ ਰਿਆਇਤ ਹੈਗੀ ਉਹ ਮਾਫ ਕਰ ਦਿਓ। ਜਿਹੜੀ ਮਾਫ ਕਰ ਦਿਓ, ਕਹਿੰਦੇ ਉਹ ਤੇ ਤੁਸੀਂ ਟੈਕਸ ਲਾਓ, ਕੋਈ ਵੀ ਚੀਜ਼ ਤੁਸੀਂ ਫ੍ਰੀ ਨਹੀਂ ਦੇਣੀ। ਤਾਂ ਪੈਟਰੋਲ ਤੇ ਕਹਿੰਦੇ GST ਲਗਾਓ 17%, ਹਰ ਚੀਜ਼ ਉਹ ਕਹਿੰਦੇ ਮਹਿੰਗੀ ਕਰੋ, ਲੋਕਾਂ ਤੋਂ ਪੈਸਾ ਇਕੱਠਾ ਕਰੋ। ਤਾਂ ਉਹ ਪਾਕਿਸਤਾਨ ਕਹਿੰਦੇ ਜੇ ਅਸੀਂ ਲੋਕਾਂ ਤੋਂ ਪੈਸਾ ਇਕੱਠਾ ਕਰ ਲਿਆ ਤਾਂ ਸਾਡੀ ਤਾਂ ਕੁਰਸੀ ਗਈ ਆ। ਤਾਂ ਇਹੀ ਚੀਜ਼ ਮੈਂ ਪੰਜਾਬ ਵਾਸਤੇ ਵੀ ਅੱਜ ਕਹਿਣਾ ਚਾਹੂੰਗਾ ਕਿ ਜਿਹੜੀ ਸਾਡੀ ਸਰਕਾਰ ਹੈ, ਲੋਕਾਂ ਨੂੰ ਜਿਹੜੀ ਫ੍ਰੀ 'ਚ ਦੇ ਰਹੀ ਹੈਗੀ, ਕੁਝ ਪੈਸੇ ਲਵੇ, ਕੁਝ ਰੈਵਨਿਊ ਤਾਂ ਆਵੇ। ਉਹ ਤੁਹਾਡਾ ਐਸੇ ਰੈਵਨਿਊ ਬੰਦਾ ਤੁਸੀਂ ਉਹ ਚੰਗੇ ਪਾਸੇ ਯੂਜ਼ ਕਰ ਸਕਦੇ ਹਾਂ। ਯਾਨੀ ਕਹਿਣ ਦਾ ਮਤਲਬ, ਜੇ ਤੁਸੀਂ ਕਿਸੇ ਚੀਜ਼ ਦੀ ਸਬਸਿਡੀ ਵੀ ਦੇ ਰਹੇ ਹੋ, ਇਹ ਤਾਂ ਉਹ ਹੋ ਗਿਆ ਨਾ ਕਿ ਜੇ ਮੰਨ ਲਓ ਤੁਸੀਂ ਕੋਈ ਚੀਜ਼ ਮਾਫ ਫ੍ਰੀ ਦੇ ਰਹੇ ਹੋ ਤੇ ਉਹਦਾ ਟੈਕਸ ਵੀ ਖੁਦ ਹੀ ਪੇ ਕਰ ਰਹੇ ਹੋ। ਯਾਨੀ ਕਹਿਣ ਦਾ ਮਤਲਬ ਇਹ ਕਿ ਜੇ ਤੁਸੀਂ ਤੁਸੀਂ ਮੰਨ ਲਓ 1 ਰੁਪਿਆ ਫ੍ਰੀ ਦੇ ਰਹੇ ਤਾਂ ਉਹ ਜਿਹੜਾ ਟੈਕਸ ਹੈਗਾ ਉਹ ਉਸ ਕੋਲੋਂ ਵਸੂਲੋ ਜਿਹਨੂੰ ਤੁਸੀਂ 1 ਰੁਪਿਆ ਫ੍ਰੀ ਦੇ ਰਹੇ ਹੋ। ਹਾਂ, ਥੋੜਾ ਬਹੁਤ ਉਹ ਐਡਜਸਟ ਹੋਵੇ ਇਕਨੋਮੀ 'ਚ, ਉਹੀ ਪੈਸਾ ਥੋੜਾ ਸਰਕੂਲੇਸ਼ਨ 'ਚ ਰਵੇ। ਹੁਣ ਬਿਲਕੁਲ ਹੀ ਜਦੋਂ ਤੁਸੀਂ ਹਰ ਚੀਜ਼ ਫ੍ਰੀ ਦੋਗੇ ਤਾਂ ਉਹ ਤੁਸੀਂ ਨਤੀਜਾ ਤੁਸੀਂ ਦੇਖ ਸਕਦੇ। ਸ਼੍ਰੀਲੰਕਾ ਵਿੱਚ ਲੋਕਾਂ ਨੂੰ ਕਿੱਦਾਂ ਫ੍ਰੀ ਦਿੱਤਾ। ਹੁਣ ਪਾਕਿਸਤਾਨ ਗਵਰਨਮੈਂਟ ਹਾਲੇ ਵੀ ਬਿਜਲੀ ਤੇ ਸਬਸਿਡੀ ਦੇ ਰਹੀ ਹੈ ਲੋਕਾਂ ਨੂੰ, ਪੈਟਰੋਲ ਵੀ ਲੋਕਾਂ ਨੂੰ ਅੱਧਾ ਦੇ ਰਹੀ ਹੈ ਹਾਫ ਰੇਟ ਤੇ। ਤਾਂ IMF ਦੀ ਕੰਡੀਸ਼ਨ ਹੀ ਇਹ ਹੈ ਕਿ ਤੁਸੀਂ ਇਹ ਚੀਜ਼ਾਂ ਲੋਕਾਂ ਨੂੰ ਫ੍ਰੀ ਨਹੀਂ ਦੇ ਸਕਦੇ, ਤੁਹਾਨੂੰ ਉੱਤੇ ਰੈਵਨਿਊ ਆਊਗਾ, ਨਹੀਂ ਤਾਂ ਤੁਸੀਂ ਪੇ ਕਿੱਦਾਂ ਕਰੋਗੇ। ਤਾਂ ਇਸ ਕਰਕੇ ਹੋਰ ਦੂਸਰੀ ਗੱਲ ਹੈ, ਇਹ ਦੋਨਾਂ ਦੇ ਚੱਕਰ 'ਚ ਇੰਡੀਆ ਇਕਨੋਮੀ ਦਾ ਬਹੁਤ ਤਗੜਾ ਰੋਲ ਇੱਥੇ ਖੜਾ ਹੋ ਰਿਹਾ ਕਿ ਇੰਡੀਆ ਐਸੇ ਇਹਨਾਂ ਤੋਂ ਉੱਪਰ ਉੱਠ ਕੇ ਇਕਨੋਮੀ ਡਿਵੈਲਪ ਹੋ ਚੁੱਕੀ ਹੈ ਤਾਂ ਇਹਨਾਂ ਨੂੰ ਹੈਲਪ ਕਰਨ ਨੂੰ ਤਿਆਰ ਹੈ। ਹੋਰ ਰੀਸੈਂਟਲੀ ਇੰਡੀਆ ਨੇ ਸ਼੍ਰੀਲੰਕਾ ਨੂੰ $4 ਅਰਬ ਦਾ ਆਰਥਿਕ ਮਦਦ ਵੀ ਕੀਤੀ ਸੀ। ਉਹ 'ਚ ਇੰਡੀਆ ਨੇ ਇੱਕ ਕੰਡੀਸ਼ਨ ਰੱਖੀ ਸੀ, ਜਿਹੜੀ ਵੀ ਅਸੀਂ ਟ੍ਰਾਂਜੈਕਸ਼ਨ ਕਰਾਂਗੇ ਉਹ ਇੰਡੀਅਨ ਰੁਪੀਜ਼ ਵਿੱਚ ਕਰਾਂਗੇ। ਉਹਦੇ ਨਾਲ ਇੱਕ ਬੈਨੀਫਿਟ ਇਹ ਹੋਊਗਾ ਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਇੰਡੀਅਨ ਰੁਪੀਜ਼ ਥੋੜਾ ਸਟਰੋਂਗ ਹੋਊਗਾ ਐਸ ਕੰਪੇਅਰ ਟੂ ਡਾਲਰ। ਕਿਉਂਕਿ ਜਦੋਂ ਲੋਕਾਂ ਨੇ ਅਮਰੀਕਾ ਤੋਂ ਕਰਜ਼ਾ ਲੈਣਾ ਤਾਂ ਕਰਜ਼ਾ ਉਹਨਾਂ ਨੇ ਅਮਰੀਕਾ 'ਚ ਮੋੜਨਾ, ਤਾਂ ਉਹਨਾਂ ਦੇ ਪੈਸੇ ਸਰਕੂਲੇਸ਼ਨ ਜ਼ਿਆਦਾ ਘੁੰਮਦੀ, ਤਾਂ ਉਹਨਾਂ ਦੀ ਮਨੀ ਜ਼ਿਆਦਾ ਸਟਰੋਂਗ ਹੁੰਦੀ ਹੈ। ਤਾਂ ਇੰਡੀਆ ਨੇ ਵੀ ਉਹੀ ਕੋਸ਼ਿਸ਼ ਕੀਤੀ। ਬਟ ਇਹ ਕਿ ਪਾਕਿਸਤਾਨ ਨਾਲ ਸਾਡੇ ਜਿਹੜੇ ਰਿਲੇਸ਼ਨ ਆ, ਪਾਕਿਸਤਾਨ ਹਾਲੇ ਉਹਨਾਂ ਬੈਂਡ ਨਹੀਂ ਹੋਏ ਜਿੰਨਾ ਉਹਨੂੰ ਬੈਂਡ ਹੋਣਾ ਚਾਹੀਦਾ। ਉਹਨੂੰ ਇਸ ਲਈ ਲੋੜ ਹੈਗੀ ਇੰਡੀਆ ਦੀ। ਉਹਨੂੰ ਸਾਰਿਆਂ ਨਾਲੋਂ ਜ਼ਿਆਦਾ ਮਦਦ ਜੇ ਕੋਈ ਕਰ ਸਕਦਾ ਤਾਂ ਉਹ ਭਾਰਤ ਹੀ ਕਰ ਸਕਦਾ। ਬਟ ਉਹਦੇ ਨਾਲ ਉਹ ਟਰਮ ਕੰਡੀਸ਼ਨ ਜੋ ਉਹ ਐਕਟੀਵਿਟੀ ਇਦਾਂ ਦੀ ਕਰ ਰਿਹਾ ਹੈਗਾ, ਟੈਰਰਿਸਟ ਐਕਟੀਵਿਟੀ ਜਾਂ ਜਿਹਨਾਂ ਨੂੰ ਸਪੋਰਟ ਕਰ ਰਿਹਾ, ਉਹਦੇ ਕਰਕੇ ਇੰਡੀਆ ਵੀ ਹਾਲੇ ਉਹਦੇ ਨਾਲ ਹੱਥ ਮਿਲਾਉਣ ਨੂੰ ਤਿਆਰ ਨਹੀਂ। ਹੋਰ ਦੂਸਰੀ ਗੱਲ ਇਹ ਵੀ ਆ ਰਹੀ ਹੈ ਕਿ ਉਹਦੇ ਨਾਲ ਜਿਹੜਾ ਲੱਗਦਾ ਅਫਗਾਨਿਸਤਾਨ ਹੈਗਾ, ਉਹ ਵੀ ਉਹਨਾਂ ਤੇ ਟੈਰਰਿਸਟ ਅਟੈਕ ਉਹਨਾਂ ਨੇ ਇਨਕਰੀਜ਼ ਕਰਤੇ ਹੈਗੇ। ਉਧਰੋਂ ਵੀ ਬੰਬਾਰਡਿੰਗ ਲੋਕਾਂ ਦੇ ਉੱਤੇ ਸਾਰਾ ਕੁਝ ਚੱਲ ਰਿਹਾ ਹੈਗਾ। ਤੀਸਰੇ ਪਾਸੇ ਯੂਕਰੇਨ ਤਾਂ ਰਸ਼ੀਆ ਦਾ ਲੜਾਈ ਚੱਲਦੀ ਪਈ ਹੈ। ਉਹ ਲੜਾਈ ਦੇ ਚੱਕਰ 'ਚ ਵੀ ਜਿਹੜਾ ਤੇਲ ਮਹਿੰਗਾ ਹੋ ਗਿਆ, ਸਾਰਾ ਕੁਝ ਇੰਪੋਰਟ ਇਹਨਾਂ ਦਾ ਮਤਲਬ ਇਹਨਾਂ ਦੀ ਹੱਦ ਤੋਂ ਹੀ ਬਾਹਰ ਨਿਕਲ ਗਿਆ ਕੋਈ ਚੀਜ਼। ਅਸੀਂ ਇਹ ਵੀ ਡਿਸਕਸ ਕਰਾਂਗੇ ਕਿ ਪਾਕਿਸਤਾਨ 'ਚ ਇਸ ਟਾਈਮ ਜੋ ਵੀ ਖਾਣ ਪੀਣ ਦਾ ਜਾਂ ਸਾਰੇ ਸਮਾਨ ਹੈਗੇ ਉਹ ਕਿੱਥੋਂ ਲੈ ਕੇ ਕਿੱਥੇ ਪਹੁੰਚਣ ਲੱਗੇ ਹੋਏ ਆ। ਉਹੀ ਨਾ, ਮੈਂ ਜਿਹੜੀ ਤੁਹਾਡੇ ਤੋਂ ਇੱਕ ਹੋਰ ਗੱਲ ਆਪਾਂ ਡਿਸਕਸ ਕਰਨਾ ਚਾਹੁੰਦੇ ਸੀਗੇ ਕਿ
ਭਾਰਤ ਨੂੰ ਇਸ ਵੇਲੇ ਇਹ ਦੋ ਜਿਹੜੀ ਵੱਡੀ ਕੰਟਰੀਆਂ ਸੀਗੀਆਂ ਜਿਹੜੀ ਮਤਲਬ ਜਿਨ੍ਹਾਂ ਦੀ ਆਰਥਿਕ ਤੌਰ ਤੇ ਜਿਹੜੀ ਇਸ ਵੇਲੇ ਸਥਿਤੀ ਹੈਗੀ ਉਹ ਬਹੁਤ ਖਰਾਬ ਹੈ ਤੇ ਜੇ ਭਾਰਤ ਇਹਨਾਂ ਦੀ ਮਦਦ ਕਰਦਾ ਔਰ ਇੰਡੀਅਨ ਰੁਪੀਸ 'ਚ ਕਰਦਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਅਮਰੀਕਾ ਦਾ ਡਾਲਰ ਇਸੇ ਕਰਕੇ ਹੀ ਪੂਰੇ ਵਰਲਡ ਵਾਈਡ ਵੈਲਿਊ ਰੱਖਦਾ ਹੈ, ਕਿਉਂਕਿ ਅਮਰੀਕਾ ਜੇ ਕਰਜ਼ਾ ਦਿੰਦਾ ਜਾਂ ਅਮਰੀਕਾ ਕੋਈ ਇੰਪੋਰਟ ਜਾਂ ਐਕਸਪੋਰਟ ਕੁਝ ਵੀ ਕਰਦਾ ਤੇ ਉਹ ਡਾਲਰਾਂ ਦੇ ਵਿੱਚ ਕਰਦਾ ਤੇ ਜੇ ਇੰਡੀਅਨ ਰੁਪੀਸ ਦੇ ਵਿੱਚ ਪੇਮੈਂਟ ਹੋਣ ਲੱਗ ਪਵੇ ਤੇ ਫਿਰ ਜ਼ਾਹਿਰ ਹੈ ਕਿ ਇੰਡੀਅਨ ਰੁਪਈਆ ਜਿਹੜਾ ਹੈਗਾ ਉਹ ਡਾਲਰ ਦੇ ਮੁਕਾਬਲੇ ਕਾਫੀ ਮਜ਼ਬੂਤੀ 'ਚ ਆ ਜਾਊਗਾ। ਤੇ ਇਹ ਚੀਜ਼ਾਂ ਇਹ ਇਸ ਵੇਲੇ ਮੌਕਾ ਵੀ ਹੈਗਾ ਤੇ ਜ਼ਾਹਿਰ ਹੈ ਕਿ ਜਦੋਂ ਕੋਈ ਤੁਸੀਂ ਕੁਛ ਦੇਸ਼ ਕਿਸੇ ਨਾ ਕਿਸੇ ਖਾਸ ਕਰ ਪਾਕਿਸਤਾਨ ਦੀ, ਕਿਉਂਕਿ ਪਾਕਿਸਤਾਨ ਹਿੰਦੁਸਤਾਨ ਤੋਂ ਮਦਦ ਬਿਲਕੁਲ ਜਦੋਂ ਉਹਦੇ ਵਸੋਂ ਬਾਹਰ ਹੋ ਜਾਊਗਾ ਉਦੋਂ ਹੀ ਲਏਗਾ, ਕਿਉਂਕਿ ਕਦੀ ਚਾਈਨਾ ਇਹ ਨਹੀਂ ਚਾਹੂਗਾ, ਅਫਗਾਨਿਸਤਾਨ ਇਹ ਨਹੀਂ ਚਾਹੇਗਾ ਕਿ ਪਾਕਿਸਤਾਨ ਦੀ ਮਦਦ ਇੰਡੀਆ ਕਰੇ। ਤੁਸੀਂ ਦੇਖੋ ਹੁਣ ਜਿਹੜੇ ਇਹਨਾਂ ਦਾ ਇੱਕ ਕੋਰੀਡੋਰ ਵਾਲਾ ਪ੍ਰੋਜੈਕਟ ਚੱਲ ਰਿਹਾ ਸੀਗਾ ਉਹ 'ਚ ਚਾਈਨਾ ਨੇ ਪਾਕਿਸਤਾਨ ਨੂੰ 155 ਅਰਬ ਡਾਲਰ ਦੀ ਦਿੱਤੀ ਸੀ, ਬਟ ਉਹਨਾਂ ਨੇ ਚਾਈਨਾ ਨੇ ਆਪਣਾ ਪਾਰਟ ਡਿਵੈਲਪ ਕਰ ਲਿਆ, ਪਾਕਿਸਤਾਨ ਦੇ ਕੋਲ ਇੰਨਾ ਪੈਸਾ ਸੀ ਉਹ ਕੰਮ ਨਹੀਂ ਕਰ ਪਾਏ, ਤਾਂ ਉਹ ਜਿਹੜੀ ਅਗਲੇ ਸਾਲ ਸੀ ਉਹ ਰਾਸ਼ੀ ਘਟਾ ਕੇ 77 ਅਰਬ ਡਾਲਰ ਤੇ ਹੀ ਰੱਖ ਦਿੱਤੀ। ਔਰ ਉਹਦੇ ਬਾਅਦ ਜੋ ਲੇਟੈਸਟ ਅਪਡੇਟ ਆ ਰਹੀ ਹੈ ਉਹ 'ਚ ਵੀ ਉਹਨਾਂ ਨੇ 50% ਘਟਾਤਾ ਹੈਗਾ, ਤਾਂ ਮਤਲਬ 70 ਤੋਂ ਵੀ ਜੇ ਅੱਧਾ ਰਹਿ ਗਿਆ ਤਾਂ 30-35 ਅਰਬ ਡਾਲਰ ਤੇ ਰਹਿ ਗਿਆ। ਤਾਂ ਉਹ ਹੁਣ ਇਸ ਟਾਈਮ ਤੇ ਉਹਨਾਂ ਨੂੰ ਲੱਗ ਰਿਹਾ ਕਿ ਇਹ ਪ੍ਰੋਜੈਕਟ ਫਸ ਗਿਆ ਹੈਗਾ, ਤਾਂ ਚਾਈਨਾ ਵੀ ਉਸ ਪ੍ਰੋਜੈਕਟ ਵਿੱਚੋਂ ਹੱਥ ਖਿੱਚ ਰਿਹਾ, ਤਾਂ ਇਹਨਾਂ ਨੂੰ ਉੱਦਾਂ ਦੀ ਕੰਡੀਸ਼ਨਸ ਵਿੱਚ ਸ਼ਾਇਦ ਉਹ ਚੀਜ਼ਾਂ ਨਾ ਮਿਲੇ। ਚਾਈਨਾ ਇਸ ਟਾਈਮ ਬਹੁਤ ਸਮਾਰਟ ਮੂਵ ਕਰ ਰਿਹਾ ਹੈਗਾ, ਉਹ ਪੂਰੀ ਨਜ਼ਰ ਰੱਖਦਾ ਹੈਗਾ ਕਿਹੜੀ ਕੰਟਰੀ ਨੂੰ ਕਿੱਥੇ ਜ਼ਰੂਰਤ ਹੈ। ਉਹ ਪੈਸੇ ਇੱਦਾਂ ਨਹੀਂ ਦਿੰਦਾ ਹੈਗਾ ਕਿ ਤੁਸੀਂ ਉਹਨੂੰ ਯੂਜ਼ ਕਰ ਸਕੋ, ਉਹ ਤੁਹਾਡੇ ਕੰਟਰੀ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਇੱਦਾਂ ਦਾ ਡਿਵੈਲਪ ਕਰੂਗਾ ਜਿਹਦੇ 'ਚ ਉਹਨੂੰ ਬੈਨੀਫਿਟ ਹੈਗਾ, ਉਹ ਪੈਸਾ ਤੁਹਾਨੂੰ ਫਿਰ ਨਾਰਮਲ ਕੰਡੀਸ਼ਨ 'ਤੇ ਦਿੰਦਾ, ਉਹਦੇ ਬਾਅਦ ਉਹਦੇ ਅਗੇਂਸਟ ਤੁਹਾਨੂੰ ਫੇਕ ਕਰਜ਼ਾ ਦਿੰਦਾ ਹੈਗਾ। ਇਹ ਲੂਪ ਹੋਲ ਇੱਦਾਂ ਹੀ ਚੱਲਦਾ ਰਹਿੰਦਾ। ਇਹਦੇ ਉੱਤੇ ਵੀ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਦੱਸਾਂਗੇ ਕਿ ਸ਼੍ਰੀਲੰਕਾ ਨੂੰ ਹੁਣ ਕਿੱਦਾਂ ਆਪਣੇ ਟਰੈਪ 'ਚ ਫਸਾਇਆ ਸੀ ਤਾਂ ਉਹ ਕਿੱਦਾਂ ਬਰਬਾਦ ਹੋਇਆ ਸੀਗਾ। ਨਹੀਂ, ਸ਼੍ਰੀਲੰਕਾ ਦਾ ਤਾਂ ਇਹੀ ਹੋਇਆ ਨਾ ਕਿ ਸ਼੍ਰੀਲੰਕਾ ਨੂੰ ਜਿਹੜਾ 12 ਬਿਲੀਅਨ ਡਾਲਰ ਦਾ ਜਿਹੜਾ ਉਹਨੇ ਕਰਜ਼ ਦਿੱਤਾ ਤੇ ਉਹਨੇ ਉਹ ਦਿੱਤਾ ਜਿਹੜਾ ਹੰਬਨ ਟੋਟਾ ਜਿਹੜਾ ਪੋਰਟ ਬਣਾਉਣ ਵਾਸਤੇ। ਤੇ ਉਹ ਪੋਰਟ ਕਿਉਂਕਿ ਉਸ ਵੇਲੇ ਜਿਹੜੇ ਹੈਗੇ ਆ ਰਾਸ਼ਟਰਪਤੀ ਸੀਗੇ ਕੋਟਬਾਇਆ ਰਾਜਪਕਸ਼ੇ ਜਿਹੜੇ ਸੀਗੇ ਉਹ ਉਹਨਾਂ ਦੀ ਆਪਣੀ ਜਿਹੜੀ ਹੈਗੀ ਹੈ ਘਰੇਲੂ ਜਿਹੜਾ ਪੈਤਰਿਕ ਸ਼ਹਿਰ ਹੈ ਉਹ ਉੱਥੇ ਸੀਗਾ ਤੇ ਇਹਨੂੰ ਲੱਗਾ ਕਿ ਕਿਉਂ ਇਹਦੇ ਤੇ ਕਰਜ਼ ਦਿੱਤਾ ਜਾਵੇ ਤਾਂ ਕਿ ਜੇ ਕੱਲ ਨੂੰ ਨਹੀਂ ਵੀ ਬਣਦਾ ਜਾਂ ਬਣਨ 'ਚ ਅਧੂਰਾ ਰਹਿ ਜਾਏਗਾ ਤਾਂ ਅਸੀਂ ਪੂਰਾ ਤੇ ਇਹਨੂੰ ਕਰ ਹੀ ਲਾਂਗੇ। ਤੇ ਇਹਨਾਂ ਨੇ ਕੀ ਕੀਤਾ, ਉਹਨੂੰ ਲੀਜ਼ ਤੇ ਲੈ ਲਿਆ। ਜਦ ਇਹਨਾਂ ਦੇਖਿਆ ਕਿ ਇਹ ਮੋੜ ਨਹੀਂ ਸਕਦਾ, ਹੁਣ ਬਿਲਕੁਲ ਦਿਵਾਲੀਆ ਹੋ ਗਿਆ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ, 2016 ਵਿੱਚ ਇਹਨਾਂ ਦਾ ਜਿਹੜਾ ਪ੍ਰੋਫਿਟ ਸੀ $1 ਮਿਲੀਅਨ ਦੇ ਕਰੀਬ ਆਉਣਾ ਸ਼ੁਰੂ ਹੋ ਗਿਆ ਸੀ ਸ਼੍ਰੀਲੰਕਾ ਦੇ ਪੋਰਟ ਤੋਂ, ਬਟ ਜੇ ਕਿ ਜਿਹੜਾ ਇਹਨਾਂ ਨੇ 12 ਮਿਲੀਅਨ ਦਾ ਜਿਹੜਾ ਇਹਨਾਂ ਦਾ 1.2 ਜੋ ਵੀ ਕਰਜ਼ਾ ਸੀਗਾ ਇਹ ਉਤਾਰ ਨਹੀਂ ਪਾ ਰਹੇ ਸੀ। 2017 ਵਿੱਚ ਉਸ ਕਰਜ਼ੇ ਨੂੰ ਨਾ ਮੋੜਨ ਕਰਕੇ ਇਹਨਾਂ ਨੂੰ ਮਜਬੂਰੀ 'ਚ 100 ਸਾਲਾਂ ਵਾਸਤੇ ਲੀਜ਼ ਤੇ ਲੈਣਾ ਪਿਆ। ਤਾਂ ਉਸ ਕਰਜ਼ੇ ਨੂੰ ਬਚਾਉਣ ਲਈ ਚਾਈਨਾ ਨੇ ਇਹਨਾਂ ਨੂੰ ਫੇਰ ਦੁਬਾਰਾ ਕਰਜ਼ਾ ਦਿੱਤਾ 3 ਅਰਬ ਡਾਲਰ ਦਾ। ਉਹ ਮਤਲਬ ਇੱਕ ਛੋਟਾ ਲੋਨ ਦਿੱਤਾ, ਨਹੀਂ ਦਿੱਤਾ, ਫੇਰ ਛੋਟਾ ਲੋਨ ਦਿੱਤਾ, ਤੁਸੀਂ ਪੈਸੇ ਖਰਚ ਕਰੀ ਜਾਂਦੇ ਹੈਗੇ। ਕੁਛ ਟਾਈਮ ਬਾਅਦ ਫੇਰ ਤੁਸੀਂ ਫਸ ਗਏ, ਤੁਸੀਂ ਕਹਿੰਦੇ ਜੀ ਯਾਰ ਤੂੰ ਮੇਰੇ ਤੋਂ ਨया ਪੈਸਾ ਹੋਰ ਲੈ ਲੈ ਤਾਂ ਆਪਣਾ ਪੁਰਾਣਾ ਕਰਜ਼ਾ ਦੇ ਦਾ। ਉਹ ਤਾਂ ਗੇਮ ਸਾਲੇ ਸਮਝ ਨਹੀਂ ਆ ਰਹੀ ਕਿ ਇਹ ਇੱਕ ਪੈਸਾ ਤਾਂ ਦੇਈ ਜਾਂਦੇ ਉਹੀ ਲਈ ਜਾਂਦੇ, ਤਾਂ ਘੁਮਾ ਰਹੇ ਸੀ, ਘੁਮਾ ਕੇ ਉਹਨਾਂ ਨੂੰ ਇੰਨਾ ਜ਼ਿਆਦਾ ਟਰੈਪ 'ਚ ਫਸਾਇਆ ਕਿ ਉਹ ਟੋਟਲੀ ਬਲੈਕ ਆਊਟ ਹੋ ਗਏ, ਤਾਂ ਉਹਨਾਂ ਦੇ ਕੋਲ ਕੁਝ ਬਚਿਆ ਨਹੀਂ। ਉਹਦੇ ਚਾਈਨਾ ਨੇ ਆਪਣੇ ਹੱਥ ਖਿੱਚ ਲਿਆ। ਚਾਈਨਾ ਕਹਿੰਦਾ ਮੈਂ ਹੁਣ ਤੁਹਾਨੂੰ ਕੋਈ ਪੈਸਾ ਨਹੀਂ ਦੇ ਸਕਦਾ। ਉਹਦਾ ਜੋ ਟਾਰਗੇਟ ਸੀਗਾ ਜਿਹੜੀ ਉਹ ਹੰਬਨਬਰਗ ਪੋਰਟ ਸੀਗਾ 100 ਸਾਲ ਵਾਸਤੇ ਲੀਜ਼ ਤੇ ਲੈਣਾ ਸੀਗਾ ਉਹ ਉਹਨਾਂ ਨੇ ਲੈ ਲਿਆ। ਉਹਦੇ ਬਾਅਦ ਉਹ ਸਾਈਡ ਹੋ ਗਏ, ਉਹ ਕਹਿੰਦੇ ਹੁਣ ਸਾਡਾ ਕੋਈ ਇੰਟਰਸਟ ਨਹੀਂ, ਤੁਸੀਂ ਜੋ ਕਰਨਾ ਕਰੋ, ਅਸੀਂ ਆਪਣਾ ਲੈ ਲਿਆ, ਜੇ ਤੁਸੀਂ ਪੈਸੇ ਦੋਗੇ ਠੀਕ ਹੈ, ਪੈਸੇ ਉਹਨਾਂ ਤੋਂ ਦੇ ਨਹੀਂ ਹੋਣੇ। 100 ਸਾਲਾਂ ਵਾਸਤੇ ਚਾਈਨਾ ਫਸ ਗਿਆ ਹੈਗਾ। ਤਾਂ ਉਹਨਾਂ ਦੇ ਤੁਸੀਂ ਦੇਖ ਲਓ ਪੈਟਰੋਲ ਜੇ ਉਹ, ਉਹਦੇ ਬਾਅਦ ਚਾਈਨਾ ਨੇ ਇੱਕ ਵਾਰ ਵੀ ਉਹਨਾਂ ਦੀ ਕਿਸੇ ਪਾਸੇ ਵੀ ਹਿਊਮੈਨਿਟੀ ਦੇ ਗਰਾਊਂਡ ਤੇ ਜਾਂ ਉਹਨਾਂ ਨੂੰ ਖਾਣੇ ਤੇ ਜਾਂ ਹੋਰ ਕੋਈ ਇਸੇ ਚੀਜ਼ ਤੇ ਕੋਈ ਹੈਲਪ ਨਹੀਂ ਕੀਤੀ। ਉਸ ਲਈ ਭਾਰਤ ਨੇ ਅੱਗੇ ਸਟੈਂਡ ਹੋ ਕੇ ਉਹਨਾਂ ਦੀ ਪੂਰੀ ਸਪੋਰਟ ਕੀਤੀ, ਮਿਲਟਰੀ ਵੀ ਸਪੋਰਟ ਕੀਤੀ ਹੈ ਜਿੱਥੇ ਉਹਨਾਂ ਨੂੰ ਚਾਹੀਦੀ ਹੈਗੀ ਆ। ਤਾਂ ਫਿਰ ਉਹਨਾਂ ਨੇ 4 ਅਰਬ ਦਾ ਪੈਕੇਜ ਦਿੱਤਾ। ਉਹ 4 ਅਰਬ ਵਿੱਚ ਪੈਕੇਜ ਇੱਦਾਂ ਸੀਗਾ ਕਿ ਉਹ ਵਿੱਚ ਅਗੇਂਸਟ ਉਹ ਆਪਣਾ ਫੂਡ ਮੰਗਾ ਸਕਦੇ ਜਾਂ ਤੇਲ ਮੰਗਾ ਸਕਦੇ ਹੈਗੇ, ਇੱਦਾਂ ਦੀ ਚੀਜ਼ਾਂ ਉਹਨਾਂ ਨੂੰ ਆਫਰ ਕੀਤੀ ਜੋ ਸ਼ਾਰਟ ਟਰਮ 'ਚ ਇੰਡੀਆ ਤੋਂ ਲੈਣਗੇ ਤਾਂ ਉਹਦੀ ਪੇਮੈਂਟ ਉਹ ਇੰਡੀਆ ਨੂੰ ਕਰਨਗੇ। ਇਸ ਕਰਕੇ ਇੰਡੀਆ ਨੇ ਤਾਂ ਚਲੋ ਹਾਲੇ ਫਿਰ ਵੀ ਤੁਸੀਂ ਦੇਖੋ ਸ਼੍ਰੀਲੰਕਾ ਥੋੜ੍ਹਾ ਬਹੁਤ ਸਟੇਬਲ ਹੋ ਗਿਆ ਜੋ ਇੰਨਾ ਜ਼ਬਰਦਸਤ ਫਸਿਆ ਸੀ, ਬਟ ਜੋ ਹੁਣ ਪਾਕਿਸਤਾਨ ਫਸਿਆ, ਪਾਕਿਸਤਾਨ ਨੂੰ ਲੱਗਦਾ ਕਿ ਮੈਨੂੰ ਅਮਰੀਕਾ ਹੈਲਪ ਕਰੂਗਾ ਜਾਂ ਸਾਊਦੀ ਅਰਬ ਹੈਲਪ ਕਰੂਗਾ ਚਾਈਨਾ, ਬਟ ਉਹਨੂੰ ਇਸ ਲਈ ਕੋਈ ਨਜ਼ਰ ਨਹੀਂ ਆ ਰਿਹਾ। ਮੈਨੂੰ ਲੱਗਦਾ ਐਂਡ ਵਿੱਚ ਉਹ ਭਾਰਤ ਦੇ ਕੋਲ ਆਊਗਾ, ਡਿੱਗੂਗਾ, ਤੇ ਇੱਦਾਂ ਦੀ ਉਹਦੀ ਨੌਬਤ ਆਉਣ ਵਾਲੀ ਹੈਗੀ ਆ। ਹਾਂ ਬਿਲਕੁਲ, ਦੇਖੋ ਪਾਕਿਸਤਾਨ ਜਦੋਂ ਸ਼੍ਰੀਲੰਕਾ ਦੇ ਵਿੱਚ ਇਹ ਹਾਲਾਤ ਹੋਏ ਹੈ, ਜਦੋਂ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਕਰਜ਼ ਹੈਗਾ ਉਹ GDP ਦਾ 78% ਹੋ ਗਿਆ ਜਿਹੜਾ ਕਰਜ਼ ਹੈਗਾ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਉਹ ਹੈ, ਪੂਰੇ ਇਕਨੋਮੀ ਦਾ ਤੁਹਾਡਾ ਕਰਜ਼ਾ ਹੀ ਉਸ GDP ਤੇ GDP ਦੇ ਬਰਾਬਰ ਦਾ ਤੁਹਾਡਾ ਕਰਜ਼ਾ ਹੋ ਗਿਆ ਤਕਰੀਬਨ 78%, ਬਹੁਤ ਜ਼ਿਆਦਾ ਹੁੰਦਾ।
ਤੇ ਉਹ ਹੁਣ ਪਾਕਿਸਤਾਨ ਨੂੰ ਲੱਗ ਨਹੀਂ ਰਿਹਾ ਕਿ ਪਾਕਿਸਤਾਨ ਕਿਸੇ ਤਰ੍ਹਾਂ ਸਟੇਬਲ ਹੋ ਜਾਏਗਾ, ਕਿਉਂਕਿ ਸ਼੍ਰੀਲੰਕਾ ਨੇ ਤਾਂ ਕੀ ਹੋਇਆ ਕਿ ਇੱਕ ਹਿਊਮੈਨਿਟੀ ਗਰਾਊਂਡ ਦੇ ਵਿੱਚ ਪਾਕਿਸਤਾਨ ਨੇ ਸ਼੍ਰੀਲੰਕਾ ਨੇ ਭਾਰਤ ਕੋਲੋਂ ਮਦਦ ਮੰਗੀ ਔਰ ਭਾਰਤ ਨੇ ਦਿੱਤੀ ਵੀ ਹੈ। ਔਰ ਭਾਰਤ ਕਦੀ ਵੀ ਪਹਿਲਾ ਫਾਇਦਾ ਦੇਖ ਕੇ ਮਦਦ ਨਹੀਂ ਕਰਦਾ। ਹੁਣ ਤੁਰਕੀ ਦੇ ਵਿੱਚ ਜਿਹੜਾ ਭੂਚਾਲ ਆਇਆ, ਜੋ ਤੁਰਕੀ ਦੇ ਵਿੱਚ ਇਸ ਵੇਲੇ ਆਪਦਾ ਆਈ ਹੋਈ ਹੈ, ਉਹਦੇ 'ਚ ਭਾਰਤ ਨੇ ਜਿਹੜੀ ਟੀਮਾਂ ਭੇਜੀਆਂ ਉਹਦੇ 'ਚ ਉਹ ਹਿਊਮੈਨਿਟੀ ਗਰਾਊਂਡ 'ਤੇ ਹੀ ਭੇਜੀਆਂ ਨਾ, ਹਾਲਾਂਕਿ ਆਰਥਿਕ ਮਦਦ ਤਾਂ ਨਹੀਂ ਕੀਤੀ, ਲੇਕਿਨ ਜਿਹੜੀ ਟੀਮਾਂ ਭੇਜੀਆਂ ਉਹ ਸਾਰਾ ਖਰਚਾ ਤਾਂ ਭਾਰਤ ਹੀ ਕਰ ਰਿਹਾ। ਇਹ 'ਚ ਮੈਂ ਇੱਕ ਗੱਲ ਹੋਰ ਸ਼ਾਮਿਲ ਕਰਨਾ ਚਾਹੁੰਦਾ, ਜੋ ਮੈਂ ਖਬਰ ਸੁਣੀ ਸੀ ਕਿ ਪਾਕਿਸਤਾਨ ਵੱਲੋਂ ਆਈ ਸੀ ਕਿ ਜਿਹੜੇ ਇਹਨਾਂ ਦੇ PM ਹੈਗੇ ਸ਼ਰੀਫ, ਉਹਨਾਂ ਨੇ ਇੱਕ ਟਵਿੱਟਰ ਤੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਤੁਰਕੀ ਜਾ ਰਹੇ ਹੈਗੇ, ਉੱਥੇ ਜਾ ਕੇ ਆਪਣਾ ਲੋਕਾਂ ਨੂੰ ਸੰਤਾਵਨਾ ਦੇਵਾਂਗੇ ਕਿ ਹਮਦਰਦੀ ਦਾ। ਉਹ ਇਹਨਾਂ ਦੀ ਜਿਹੜੀ ਟੀਮ ਹੈਗੀ ਉਹਨਾਂ ਨੇ ਮਨਾ ਕੀਤਾ ਕਿ ਇਸ ਲਈ ਇਦਾਂ ਦਾ ਮਾਹੌਲ ਨਹੀਂ ਕਿ ਤੁਸੀਂ ਉੱਥੇ ਜਾ ਕੇ ਇਦਾਂ ਦੀ ਸਟੇਟਮੈਂਟ ਕਰੋ। ਤਾਂ ਫਿਰ ਕਾਫੀ ਪ੍ਰੈਸ਼ਰ ਇਹਨਾਂ ਦੇ ਜਿਹੜਾ ਉੱਥੇ ਐਮਬੈਸੀ ਹੈਗੀ ਉਹਨਾਂ ਨੇ ਵੀ ਇਹਨੂੰ ਰਿਕੁਐਸਟ ਕੀਤੀ, ਔਰ ਉਹਦੇ ਬਾਅਦ ਇਹਨਾਂ ਨੇ ਉਸ ਚੀਜ਼ ਤੋਂ ਰੋਲ ਬੈਕ ਕੀਤਾ ਹੈਗਾ ਕਿ ਅਸੀਂ ਇਹ ਕੰਮ ਇਦਾਂ ਦਾ ਨਹੀਂ ਕਰਾਂਗੇ। ਫਿਰ ਇਹਨਾਂ ਨੇ ਟਵਿੱਟਰ ਵੀ ਆਪਣਾ ਡਿਲੀਟ ਕਰਤਾ। ਇਹਦੇ ਵਿੱਚ ਵੀ ਇਹਨਾਂ ਦੀ ਬੜੀ ਫਜ਼ੀਅਤ ਹੋਈ ਕਿ ਤੁਸੀਂ ਆਪਣੀ ਕੰਟਰੀ ਤਾਂ ਤੁਹਾਡੇ ਤੋਂ ਸਾਹਮਣੇ ਨਹੀਂ ਆ, ਤੁਸੀਂ ਉਹਨਾਂ ਦੇ ਉੱਥੇ ਜਾ ਕੇ ਕਿੱਥੇ ਕਾਹਦੀ ਸਪੋਰਟ ਕਰ ਲਓਗੇ। ਬਿਲਕੁਲ। ਅਕਤੂਬਰ 2002 ਤੋਂ ਜਿਹੜਾ ਲੈ ਕੇ ਅਕਤੂਬਰ 2022 ਦੇ ਵਿੱਚ ਜਿਹੜਾ ਪਾਕਿਸਤਾਨ ਤੇ ਜਿਹੜਾ ਕਰਜ਼ ਸੀ ਨਾ, ਉਹ $100 ਬਿਲੀਅਨ ਦੇ ਕਰੀਬ ਮਤਲਬ ਕਰਜ਼ ਹੈਗਾ। ਦੇਖੋ $100 ਬਿਲੀਅਨ, ਉਹ 'ਚ ਜੀ 30 ਮਿਲੀਅਨ ਤਾਂ ਚਾਈਨਾ ਨੇ ਇਕੱਲਾ ਦਿੱਤਾ ਹੋਇਆ। ਦੇਖੋ $30 ਬਿਲੀਅਨ ਜਿਹੜਾ ਉਹ ਇਕੱਲਾ ਚਾਈਨਾ ਦਾ ਹੈ, ਕਿਉਂਕਿ ਜਿਹੜਾ ਸੀ ਪੈਕ ਹੈ ਨਾ ਇਹਨਾਂ ਦਾ, ਜਿਹੜਾ ਚਾਈਨਾ ਉਹ ਜਿਹੜਾ ਕੋਰੀਡੋਰ ਹੈ ਉਹ ਚਾਈਨਾ ਵਾਸਤੇ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਿਸ ਤਰ੍ਹਾਂ ਦੀ ਨੀਅਤ ਚਾਈਨਾ ਰੱਖਦਾ ਹੈ, ਚਾਈਨਾ ਦੀ ਹਮੇਸ਼ਾ ਨੀਅਤ ਇਹ ਹੁੰਦੀ ਹੈ ਕਿ ਜਿਹੜੇ ਕੰਟਰੀਜ਼ ਉਹਦੇ ਨਾਲ ਲੱਗਦੇ ਪਏ ਆ ਨਾ, ਉਹਨਾਂ ਨੂੰ ਫੋਰਸਫੁਲੀ ਜਿਹੜਾ ਹੈਗਾ ਉਹ ਦਬਾਉਣ ਦੀ ਕੋਸ਼ਿਸ਼ ਕਰੇ। ਜਿੱਦਾਂ ਹੁਣ ਤੁਸੀਂ ਦੇਖਿਆ ਤਵਾਂਗ ਦੇ ਵਿੱਚ ਜਿਹੜਾ ਉਹਨੇ ਭਾਰਤ ਦੇ ਨਾਲ ਕੀਤਾ, ਪਰ ਭਾਰਤ ਦੇ ਨਾਲ ਤਾਂ ਉਹ ਇਸ ਕਰਕੇ ਨਹੀਂ ਮਤਲਬ ਪੂਰਾ ਖੁੱਲ੍ਹ ਕੇ ਪੰਗਾ ਲੈਂਦਾ, ਕਿਉਂਕਿ ਭਾਰਤ ਕਿਸੇ ਵੀ ਤਰ੍ਹਾਂ ਉਤੋਂ ਘੱਟ ਨਹੀਂ ਹੈਗਾ। ਹੁਣ ਪੂਰੀ ਟੱਕਰ ਦੇਣ ਨੂੰ ਤਿਆਰ ਹੈ। ਔਰ ਵੈਸੇ ਵੀ ਭਾਰਤ ਦੀ ਜਿਹੜੀ ਫੌਜ ਹੈ, ਚਾਈਨਾ ਦੀ ਫੌਜ ਤਾਂ ਕਿਤੇ ਖੜਦੀ ਨਹੀਂ ਭਾਰਤ ਦੀ ਫੌਜ ਦੇ ਨਾਲ। ਭਾਰਤ ਦੇ ਜਿਹੜੇ ਜਵਾਨ ਹੈਗੇ ਆ ਉਹ ਦੇਖਣ ਨੂੰ ਵੀ ਇੱਦਾਂ ਦੇ ਹੈਗੇ ਕਿ ਚਾਈਨਾ ਦੇ ਜਵਾਨ ਤਾਂ ਉੱਥੇ ਖੜਦੇ ਹੀ ਨਹੀਂ ਕਿਸੇ ਮਤਲਬ ਹਾਈਟ, ਸਿਹਤ ਔਰ ਤਾਕਤ ਦੇ ਹਿਸਾਬ ਨਾਲ ਕਿਤੇ ਨਹੀਂ ਖੜਦੇ। ਔਰ ਜਿਹੜਾ ਹੁਣ ਰਹਿ ਗਿਆ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਡਿਫੈਂਸ ਦਾ ਔਰ ਇਕਵਿਪਮੈਂਟਸ ਹੈਗੇ ਡਿਫੈਂਸ ਦੇ, ਤੇ ਹੁਣ ਚਾਈਨਾ ਔਰ ਭਾਰਤ ਦੇ ਵਿੱਚ ਤਾਂ ਕੋਈ ਫਰਕ ਤਾਂ ਰਿਹਾ ਨਹੀਂ। ਭਾਰਤ ਇਸ ਵੇਲੇ ਡਿਫੈਂਸ ਦੇ ਇਨਫਰਾਸਟ੍ਰਕਚਰ ਦੇ ਮੁਕਾਬਲੇ ਭਾਰਤ ਤਾਂ ਕਿਤੇ ਅੱਗੇ ਚੱਲ ਗਿਆ। ਤੁਸੀਂ ਦੇਖੋ ਜੀ ਹੁਣ ਇੰਡੀਆ ਨੇ ਜਿਹੜੇ ਰਾਈਫਲ ਦੇ ਜਹਾਜ਼ ਖਰੀਦੇ, ਕਾਫੀ ਕੁਝ, ਔਰ ਲੇਟੈਸਟ ਵੈਪਨਸ, ਕਈ ਚੀਜ਼ਾਂ ਟੈਕਨੋਲੋਜੀ ਆਪਣੇ ਆਪ ਨੂੰ ਅਪਡੇਟ ਕਰ ਰਿਹਾ। ਇਸ ਸਮੇਂ ਪਾਕਿਸਤਾਨ ਬਹੁਤ ਪਿੱਛੇ, ਪਾਕਿਸਤਾਨ ਤੋਂ ਆਪਣੇ ਖਾਣ ਪੀਣ ਦਾ ਖਰਚਾ ਨਹੀਂ ਚੱਲ ਰਿਹਾ। ਔਰ ਜਦਕਿ ਜੋ ਸਭ ਨਾਲ ਜ਼ਿਆਦਾ ਪ੍ਰੈਸ਼ਰ ਪਾਕਿਸਤਾਨ ਦੀ ਗਵਰਨਮੈਂਟ ਤੇ ਹੈਗਾ ਕਿ ਉਹ ਆਰਥਿਕ ਸੁਧਾਰ ਕਰੇ। ਉਹਦੇ ਵਾਸਤੇ ਉਹਨੂੰ ਕੀ ਚਾਹੀਦਾ ਹੈਗਾ ਕਿ ਲੋਕਾਂ ਦੇ ਉੱਤੇ ਬਿਜਲੀ ਜਿਹੜੀ ਰਿਆਇਤੀ ਦਰ ਤੇ ਦੇ ਰਹੇ ਉਹਨੂੰ ਇਨਕਰੀਜ਼ ਕਰੇ, ਪੈਟਰੋਲ ਤੇ ਟੈਕਸ ਲਾਵੇ। ਜਦਕਿ ਉਹਨਾਂ ਦੀ ਇਹ ਹਿੰਮਤ ਪੈ ਨਹੀਂ ਰਹੀ, ਕਿਉਂਕਿ ਜੇ ਥੋੜਾ ਵੀ ਉਹਨਾਂ ਨੇ ਕਿਤੇ ਵੀ ਪਾਇਆ ਤਾਂ ਜਨਤਾ ਇੰਨੀ ਭੜਕ ਜਾਣੀ ਕਿ ਉਹਨਾਂ ਨੂੰ ਚੱਕ ਕੇ ਸੀਟ ਤੋਂ ਲਾ ਦੇਣਾ। ਔਰ ਜਿੱਥੇ ਡਰ ਲੱਗ ਰਿਹਾ ਕਿ ਇੱਦਾਂ ਦਾ ਮਾਹੌਲ ਨਾ ਹੋ ਜਾਏ ਕਿ ਦੁਬਾਰਾ ਮਿਲਟਰੀ ਰੂਲ ਉੱਥੇ ਪਾਕਿਸਤਾਨ ਵਿੱਚ ਆ ਜਾਏ, ਇਹ ਬਹੁਤ ਬੜੀ ਸਮੱਸਿਆ ਪਾਕਿਸਤਾਨ ਨੂੰ। ਪਰ ਹੁਣ ਇਹ ਹਾਲਾਤ ਇਦਾਂ ਦੀ ਹੈਗੇ ਕਿ ਮਿਲਟਰੀ ਰੂਲ ਵੀ ਪਾਕਿਸਤਾਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਨਾ, ਕਿਉਂਕਿ ਮਿਲਟਰੀ ਰੂਲ ਆਫਟਰ ਆਲ ਮਿਲਟਰੀ ਵੀ ਜੇ ਰਾਜ ਕਰੇਗੀ ਦੇਸ਼ ਦੀ ਕਰੇਗੀ ਨਾ, ਪੈਸਾ ਤੇ ਉਹਨੂੰ ਵੀ ਚਾਹੀਦਾ। ਲੇਕਿਨ ਪੈਸਾ ਜਦੋਂ ਲੋਕਾਂ ਦੇ ਕੋਲ ਹੀ ਨਹੀਂ ਹੈਗਾ, ਆਰਥਿਕ ਸਥਿਤੀ ਇੰਨੀ ਡਾਵਾਂਡੋਲ ਹੋਈ ਪਈ ਹੈ, ਤੇ ਉੱਥੇ ਆਰਮੀ ਵੀ ਕੀ ਕਰ ਲੂਗੀ। ਆਰਮੀ ਹੁਣ ਇਹ ਤਾਂ ਹੈ ਨਹੀਂ ਕਿ ਮਾਰਸ਼ਲ ਲਾਅ ਲਾਗੂ ਕਰ ਦੇਗੀ ਜੀ ਕਿ ਜਿਹੜਾ ਬੰਦਾ ਪੈਸੇ ਨਹੀਂ ਦੇਗਾ ਉਹਨੂੰ ਅਸੀਂ ਗੋਲੀ ਮਾਰ ਦਾਂਗੇ। ਉਹ ਤਾਂ ਹੋ ਨਹੀਂ ਸਕਦਾ ਨਾ। ਉਹ ਵੀ ਤਾਂ ਘੱਟੋ ਘੱਟ ਪੈਸਾ ਤਾਂ ਕੰਟਰੀ 'ਚੋਂ ਹੀ ਕੱਢਣਾ ਹੈ ਨਾ ਉਹਨਾਂ ਨੇ ਵੀ। ਇਹ ਹੁਣ ਪਾਕਿਸਤਾਨ ਵਾਸਤੇ ਬਹੁਤ ਸਥਿਤੀ ਜਿਹੜੀ ਹੈ ਉਹ ਦਇਨੀਏ ਜਿਹਨੂੰ ਕਹਿੰਦੇ ਆਪਾਂ ਹਿੰਦੀ ਦੇ ਵਿੱਚ ਕਹਿੰਦੇ ਹਾਂ ਕਿ ਬਹੁਤ ਗੰਭੀਰ ਸਥਿਤੀ ਦੇ ਵਿੱਚ ਇਸ ਵੇਲੇ ਪਾਕਿਸਤਾਨ ਹੈ। ਤੁਸੀਂ ਦੇਖੋ ਜੀ ਪਾਕਿਸਤਾਨ 'ਚ ਜਿਹੜੀ ਮਹਿੰਗਾਈ ਦਰ ਹੈਗੀ ਆ, ਇੱਕ ਸਾਲ ਦੇ ਅੰਦਰ ਹੀ ਉਹ 10-12% ਤੋਂ ਲੈ ਕੇ 25% ਤੇ ਪਹੁੰਚ ਗਈ ਆ। ਜੇ 10 ਤੋਂ ਲੈ ਕੇ ਜੇ ਸਿੱਧਾ 25% ਤੱਕ ਪਹੁੰਚ ਗਈ ਹੈ ਤਾਂ ਇਹ ਆਪਣੇ ਆਪ 'ਚ ਹਰ ਚੀਜ਼, ਸਬਜ਼ੀ ਰੋਟੀ, ਖਾਣਾ ਪੀਣਾ ਉਹਨਾਂ ਦਾ ਬਹੁਤ ਹੀ ਜ਼ਿਆਦਾ ਮਹਿੰਗਾ ਹੋ ਗਿਆ ਹੈਗਾ। ਤੁਸੀਂ ਲੈ ਕੇ ਚੱਲੋ ਕਿ 20 ਕਿਲੋ ਜਿਹੜਾ ਆਟਾ ਹੈਗਾ ਪਾਕਿਸਤਾਨ 'ਚ ਇਸ ਲਈ 2000 ਰੁਪਏ ਦਾ ਮਿਲ ਰਿਹਾ ਹੈਗਾ। ਤਾਂ ਉਹਨਾਂ ਵਾਸਤੇ ਉਹ ਮਤਲਬ ਅੱਜ ਦੀ ਡੇਟ ਵਿੱਚ ਇੰਡੀਆ ਤੁਸੀਂ 20 ਕਿਲੋ ਆਟਾ ਕਿੱਥੇ ਕਿੰਨੇ ਦਾ ਆਉਂਦਾ, 100-200 ਰੁਪਏ ਦਾ, ਤੇ ਉੱਥੇ 2000 ਦਾ। ਉਹਦੀ ਤੁਸੀਂ ਦੇਖ ਲਓ ਕਿ ਆਮ ਬੰਦਾ 2000 ਰੁਪਏ ਕਿੱਥੋਂ ਦੇ ਦੂਗਾ, ਇਹਨਾਂ ਤੋਂ ਕਮਾਈ ਨਹੀਂ ਰਿਹਾ, ਇਨਕਮ ਹੀ ਹੈ ਨਹੀਂ। ਔਰ ਜੇ ਪੰਜ ਮੈਂਬਰਾਂ ਦਾ ਪਰਿਵਾਰ ਹੋਵੇ ਤਾਂ 20 ਕਿਲੋ ਆਟਾ ਚੱਲਣਾ ਕਿੰਨੇ ਦਿਨ ਚਲਾਊਗਾ ਵਿਚਾਰਾ। ਇਸ ਲਈ ਤਾਂ ਬਹੁਤ ਜ਼ਬਰਦਸਤ ਸੰਕਟ ਵਿੱਚ ਪਾਕਿਸਤਾਨ ਚੱਲ ਰਿਹਾ ਹੈਗਾ। ਹੋਰ ਤੁਸੀਂ ਦੇਖ ਲਓ ਇਹਦੇ 'ਚ ਪਾਕਿਸਤਾਨ ਦਾ ਮਾੜਾ ਟਾਈਮ ਵੀ ਇਦਾਂ ਦਾ ਰਿਹਾ ਕਿ ਪਿਛਲੇ ਸਾਲ ਉੱਥੇ ਹੜ੍ਹ ਆ ਗਿਆ। ਤੁਸੀਂ ਮੰਨੋਗੇ ਉਹ 'ਚ ਵੀ ਕਈ ਅਰਬਾਂ ਡਾਲਰ ਦਾ ਨੁਕਸਾਨ ਹੋਇਆ, ਕਈ ਲੋਕਾਂ ਦੇ ਘਰ ਟੁੱਟ ਗਏ, ਉਹਨਾਂ ਨੂੰ ਘਰ ਰਹਿਣ ਨੂੰ ਛੱਤ ਨਹੀਂ ਹੈਗੀ, ਉੱਤੋਂ ਦੀ ਮੌਸਮ ਤੁਸੀਂ ਦੇਖੋ ਸਰਦ ਹੈਗਾ। ਇੰਨੇ ਹਾਲਾਤ ਖਰਾਬ ਹੋਣ ਦੇ ਬਾਅਦ ਵੀ ਪਾਕਿਸਤਾਨ ਨੂੰ ਅਕਲ ਨਹੀਂ ਆਈ
ਕਿ ਅਸੀਂ ਆਪਣਾ ਡਿਫੈਂਸ ਸਿਸਟਮ ਤੇ ਜਿਹੜਾ ਬਜਟ ਹੈਗਾ ਉਹ ਘਟਾ ਲਈਏ, ਲੋਕਾਂ ਦੀ ਜਿਹੜੀ ਬੇਸਿਕ ਨੈਸੈਸਿਟੀ ਉਹ 'ਤੇ ਆ ਜਾਈਏ। ਲੜਾਈ ਝਗੜੇ 'ਚ ਕੁਝ ਨਹੀਂ ਰੱਖਿਆ, ਉਹ ਤਾਂ ਇੱਦਾਂ ਹੀ ਰਹਿਣਾ ਹੈਗਾ। ਕੋਈ ਮਸਲਾ ਤਾਂ ਹੈ ਨਹੀਂ ਕਿ ਤੁਸੀਂ ਆ ਕੇ ਇੱਥੇ ਕਬਜ਼ਾ ਕਰ ਲਓਗੇ ਜਾਂ ਇੰਡੀਆ ਉੱਥੇ ਕਬਜ਼ਾ ਕਰ ਲਓਗੇ, ਇਹ ਤਾਂ ਗੱਲਾਂ ਚੱਲਦੀਆਂ ਰਹਿਣੀਆਂ। ਬਟ ਇਹ ਕਿ ਤੁਸੀਂ ਆਪਣਾ ਡਿਫੈਂਸ ਵਾਲਾ ਥੋੜਾ ਘਟਾ ਲਓ, ਹਿਊਮੈਨਿਟੀ ਵਾਸਤੇ ਆਪਣਾ ਰੱਖ ਲਓ, ਪਹਿਲਾਂ ਆਪਣੀ ਇਕਨੋਮੀ ਠੀਕ ਕਰ ਲਓ, ਫਿਰ ਲੜਾਈਆਂ ਤਾਂ ਹੁੰਦੀ ਰਹਿਣਗੀ, ਜਦੋਂ ਮਰਜ਼ੀ ਲੜ ਲਓ। ਜੇ ਤੁਹਾਨੂੰ ਖਾਣ ਪੀਣ ਨੂੰ ਨਹੀਂ ਮਿਲਦਾ, ਤੁਸੀਂ ਲੜਾਈਆਂ ਕੀ ਕਰਨੀਆਂ ਹੈਗੀਆਂ? ਨਹੀਂ, ਜਿੱਦਾਂ ਹੁਣ POK ਹੈ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈਗਾ, ਤੇ ਉੱਥੇ ਦੇ ਲੋਕ ਹੁਣ ਕਿਸੇ ਵੇਲੇ ਉਹ ਕਹਿੰਦੇ ਸੀ ਕਿ ਅਸੀਂ ਪਾਕਿਸਤਾਨ ਦੇ ਨਾਲ ਜਾਣਾ, ਉਹਨਾਂ ਨੂੰ ਲੱਗਦਾ ਸੀਗਾ ਪਾਕਿਸਤਾਨ ਦੇ ਨਾਲ ਜਾਣਾ ਠੀਕ ਰਹਿਣਾ। ਹੁਣ ਉਹ ਆਂਦੇ ਕਹਿੰਦੇ ਮੋਦੀ ਜੀ ਸਾਨੂੰ ਬਚਾ ਲਓ, ਸਾਨੂੰ ਕਿਸ ਤਰ੍ਹਾਂ ਇਹਨਾਂ ਨੂੰ ਛੱਡ ਕੇ ਸਾਨੂੰ ਆਪਣੇ ਨਾਲ ਸ਼ਾਮਲ ਕਰ ਲਓ। ਪਾਕਿਸਤਾਨ ਨੂੰ ਤਾਂ ਆਪਣੇ ਖਾਣ ਦੀ ਰੋਟੀ ਨਹੀਂ ਮਿਲਦੀ, ਉਹ PGK ਵਾਲਿਆਂ ਨੂੰ ਕਿੱਥੋਂ ਦੀ ਖਾਣਾ ਪੀਣਾ ਦੇਣਗੇ? ਉਹਨਾਂ ਵਾਸਤੇ ਤਾਂ ਬਹੁਤ ਮੁਸ਼ਕਿਲ ਹੋਣਾ। ਹੁਣ GDP ਦੀ ਗਰੋਥ ਦੀ ਗੱਲ ਕਰੀਏ ਕਿ ਜਿਹੜਾ ਇਹਨਾਂ ਤੇ ਕਰਜ਼ਾ ਚੜਿਆ ਹੈਗਾ, ਪੂਰੇ ਪਿਛਲੇ 5 ਸਾਲਾਂ 'ਚ 60 ਤੋਂ ਲੈ ਕੇ 80% ਤੇ ਪਹੁੰਚ ਚੁੱਕਿਆ ਹੈਗਾ। ਤਾਂ ਉਹ ਵੀ ਹੌਲੀ ਹੌਲੀ ਵਧਿਆ ਹੀ ਹੈਗਾ, ਘਟਿਆ ਨਹੀਂ ਹੈਗਾ। ਮਤਲਬ ਇਹਨਾਂ ਦੇ ਖਰਚੇ ਜ਼ਿਆਦਾ ਹੈਗੇ ਆ, ਇਨਕਮ ਘੱਟ ਹੈਗੀ ਆ, ਤਾਂ ਇਹ ਬਹੁਤ ਬੜੀ ਸਮੱਸਿਆ ਰਹੀ ਆ। ਫਿਰ ਅਸੀਂ ਗੱਲ ਕਰਦੇ ਹਾਂ ਕਿ ਮੁਦਰਾ ਭੰਡਾਰ, ਜਿਹੜਾ ਰਿਜ਼ਰਵ, ਜਿਹੜਾ ਇਹਨਾਂ ਦੇ ਕੋਲ 2001 ਸਾਲ ਜਾਂ ਪਿੱਛੇ 2 ਸਾਲ ਜਾਈਏ, ਉਸ ਲਈ ਇਹਨਾਂ ਦੇ ਕੋਲ 15 ਅਰਬ ਡਾਲਰ ਸੀ, ਫਿਰ ਵਧਿਆ ਵੀ ਹੈਗਾ 17 ਤੱਕ ਗਿਆ, ਫਿਰ 2022 ਚ 16, ਫਿਰ 16-22 ਵਿੱਚ ਤਾਂ ਪੂਰੇ ਜਨਵਰੀ ਤੋਂ ਲੈ ਕੇ ਜੇ ਗ੍ਰਾਫ ਦੇਖੀਏ ਉੱਤੋਂ ਦੀ ਲੈ ਕੇ ਥੱਲੇ ਨੂੰ ਹੀ ਤੁਰਿਆ। ਤਾਂ ਨਵੇਂ ਸਾਲ ਤਾਂ ਆਉਂਦੇ ਆਉਂਦੇ ਤਾਂ ਇਦਾਂ ਦੇ ਮਾੜੇ ਹਾਲ ਹੋ ਗਏ ਕਿ 2 ਅਰਬ ਡਾਲਰ ਹੀ ਰਹਿ ਗਿਆ, ਜੋ ਕਿ ਗੱਲ ਆਪਾਂ ਕਰ ਰਹੇ ਸੀ ਕਿ IMF ਨੂੰ ਕਿਉਂ ਬੁਲਾਉਣਾ ਪੈ ਗਿਆ, ਕਿ ਇਹਨਾਂ ਦੇ ਕੋਲ ਸਿਰਫ 15 ਦਿਨ ਦਾ ਹੀ ਰਿਜ਼ਰਵ ਰਹਿ ਗਿਆ ਸੀ ਇੰਪੋਰਟ ਕਰਨ ਵਾਸਤੇ। ਤਾਂ ਇਹਦੇ ਨਾਲ ਇੱਕ ਹੋਰ ਸਮੱਸਿਆ ਆ ਗਈ ਇਹਨਾਂ ਦੀ ਇੰਪੋਰਟ ਐਕਸਪੋਰਟ ਦੀ। ਮੈਂ ਗੱਲ ਕਰਨਾ ਚਾਹੂੰਗਾ ਕਿ ਜਦੋਂ ਹੁਣ ਪਾਕਿਸਤਾਨ ਜੇ ਪਿਛਲੇ 10 ਸਾਲ ਦੀ ਗੱਲ ਕਰੀਏ ਤਾਂ ਉਸ ਲਈ ਜਿਹੜਾ ਇੰਪੋਰਟ ਕਰਦੇ ਸੀ ਉਹ ਸੀਗਾ 30 ਅਰਬ, ਤਾਂ ਐਕਸਪੋਰਟ ਕਰਦੇ ਸੀ ਜ਼ਿਆਦਾ, ਨਹੀਂ ਐਕਸਪੋਰਟ ਘੱਟ ਕਰਦੇ ਸੀ, ਇੰਪੋਰਟ ਜ਼ਿਆਦਾ ਕਰਦੇ ਸੀ। ਤਾਂ ਉਹ ਰੇਸ਼ੀਓ ਦਾ ਡਿਫਰੈਂਸ ਸੀਗਾ 10 ਅਰਬ ਦਾ, ਜਦਕਿ ਉਹ 10 ਸਾਲਾਂ ਦੇ ਵਿੱਚ ਵੱਧ ਕੇ 30 ਹੋਰ 60 ਹੋ ਗਿਆ। ਮਤਲਬ 30 ਅਰਬ ਦਾ ਸਿਰਫ ਐਕਸਪੋਰਟ ਕਰ ਰਿਹਾ, ਇੰਪੋਰਟ 60-65 ਅਰਬ ਦਾ ਕਰ ਰਿਹਾ। ਤੁਸੀਂ ਦੇਖੋ ਇੰਪੋਰਟ ਇੰਨਾ ਜ਼ਿਆਦਾ ਹੋ ਗਿਆ ਕਿ ਇਹਨਾਂ ਦਾ ਰਿਜ਼ਰਵ ਟੋਟਲੀ ਬਲੈਂਕ ਹੋ ਗਿਆ। ਕਿਉਂਕਿ ਦੇਖੋ ਕਿਉਂਕਿ ਇਹਦੇ ਬੜਾ ਰੀਜ਼ਨ ਸਰਨਾ ਇਹ ਆ ਰਿਹਾ ਹੈ ਕਿ ਜਿਹੜੀ ਇਹਨਾਂ ਦੀ ਕਰੰਸੀ ਸੀਗੀ ਉਹ 100 ਰੁਪਏ ਦੀ ਸੀ, ਅੱਜ 300 ਰੁਪਏ ਤੇ ਪਹੁੰਚੀ ਹੋਈ ਆ। 300 ਦੇ ਨਜ਼ਦੀਕ 270-280 ਦੇ ਕਰੀਬ ਫਲਕਚੁਏਸ਼ਨ ਕਰ ਰਹੀ ਆ। ਤਾਂ ਜੋ ਇਹਨਾਂ ਦਾ ਪੈਸਾ ਸੀ ਉਹ ਬੈਠੇ ਬੈਠੇ ਹੀ ਮਿੱਟੀ ਹੋ ਗਿਆ, ਆਪਣੇ ਆਪ ਹੀ ਥੱਲੇ ਨੂੰ ਜਾਈ ਜਾ ਰਿਹਾ, ਉਹਦੀ ਕੀਮਤ ਹੀ ਕੁਛ ਨਹੀਂ ਰਹਿ ਗਈ। ਤਾਂ ਜਦੋਂ ਤੁਸੀਂ ਹੁਣ ਕੋਈ ਚੀਜ਼ ਖਰੀਦਣੀ ਪਹਿਲਾਂ 100 ਰੁਪਏ ਦੀ ਲੈਂਦੇ ਸੀ, ਹੁਣ ਤੁਸੀਂ ਉਹੀ ਚੀਜ਼ ਖਰੀਦਣ ਵਾਸਤੇ 300 ਰੁਪਏ ਦੇ ਰਹੇ ਹੋ, ਤਾਂ ਤੁਹਾਡਾ ਬੈਲੈਂਸ ਕਿੱਥੇ ਬਚੂਗਾ? ਇਨਕਮ ਤੁਹਾਡੇ ਕੋਲ ਕੋਈ ਹੈ ਨਹੀਂ, ਜੋ ਰਿਜ਼ਰਵ ਸੀ ਉਹ ਘਟ ਗਏ ਹੈਗੇ ਆ। ਤਾਂ ਇਹ ਇਸ ਟਾਈਮ ਤਾਂ ਬਹੁਤ ਹੀ ਮਾੜੀ ਕੰਡੀਸ਼ਨ 'ਚ ਪਹੁੰਚ ਚੁੱਕਿਆ ਹੈਗਾ। ਤਾਂ ਇਹਨਾਂ ਨੂੰ ਸਰਵਾਈਵ ਕਰਨ ਵਾਸਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਸ 'ਚ ਦੇਖਣਾ ਚਾਹੀਦਾ। ਹੁਣ ਮੈਨੂੰ ਲੱਗਦਾ ਇਹਨਾਂ ਦੀ ਸਰਕਾਰ ਵੀ ਸ਼ਾਇਦ ਤਖਤਾ ਪਲਟ ਵੀ ਹੋ ਸਕਦਾ ਹੈਗਾ। IMF ਦੇ ਨਾਲ ਵੀ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਕਿਸੇ ਨਤੀਜੇ ਨਹੀਂ ਪਹੁੰਚੀ। ਉਹ ਵੀ ਇੱਥੇ ਆਏ, ਸਤਿ ਸ੍ਰੀ ਅਕਾਲ ਕਰਕੇ ਇਹਨਾਂ ਨੂੰ ਚਲੇ ਗਏ ਕਿ ਸਾਡੇ ਵੱਲੋਂ ਤਾਂ ਆਹ ਟਫ ਕੰਡੀਸ਼ਨ ਹੈਗੀ, ਜੇ ਤੁਸੀਂ ਇੰਪਲੀਮੈਂਟ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਅੱਗੇ ਚੱਲਾਂਗੇ, ਨਹੀਂ ਤਾਂ ਸਾਡੇ ਕੋਲ ਮਨਾ ਹੈਗਾ। ਉਹ ਲੋਕਾਂ ਤੇ ਟੈਕਸ ਕਿੱਦਾਂ ਲਾ ਦੇਣਗੇ? ਬਿਜਲੀ ਦੇ ਟੈਕਸ ਆ, ਪਾਣੀ ਦਾ, ਸਬਜ਼ੀਆਂ ਤੁਸੀਂ ਦੇਖੋ, ਅੰਡੇ ਵੀ 300 ਰੁਪਏ ਕਿਲੋ ਪਹੁੰਚੇ ਹੋਏ, ਪਿਆਜ਼ ਵੀ 150-200 ਰੁਪਏ ਪਹੁੰਚੇ ਹੋਏ ਆ, ਪੈਟਰੋਲ, ਸਾਰਾ ਕੁਝ ਮਹਿੰਗਾਈ ਤਾਂ ਆਸਮਾਨ ਛੂ ਰਹੀ ਹੈ। ਤਾਂ ਮੈਨੂੰ ਲੱਗਦਾ ਨਹੀਂ ਲੋਕਾਂ ਦੇ ਕੋਲ ਉੱਥੇ ਬਿਜਲੀ ਹੈ ਨਹੀਂ, ਤਾਂ ਫੈਕਟਰੀਆਂ ਬੰਦ ਪਈਆਂ। ਜਦ ਫੈਕਟਰੀ ਬੰਦ ਹੈ ਤਾਂ ਕੰਮ ਹੋਊਗਾ ਨਹੀਂ, ਐਕਸਪੋਰਟ ਇਹਨਾਂ ਦਾ ਘਟ ਜਾਣਾ। ਐਕਸਪੋਰਟ ਆਲਰੇਡੀ ਥੋੜਾ ਜਿਹਾ, ਉਹ ਜੇ ਹੋਰ ਤੋਂ ਵੀ ਅੱਧਾ ਹੋ ਗਿਆ ਤਾਂ ਪੈਸੇ ਇਹਨਾਂ ਨੇ ਕਿੱਥੋਂ ਦੀ ਕਮਾਣੇ, ਤਾਂ ਕੀ ਕਰਨਾ? ਤਾਂ ਇਹ ਤਾਂ ਸਮਝ ਤੋਂ ਬਾਹਰ ਹੈਗਾ। ਬਹੁਤ ਹੀ ਜ਼ਬਰਦਸਤ ਕੰਡੀਸ਼ਨ 'ਚ ਫਸ ਗਏ ਹੈਗੇ। ਤੇ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਇੰਡੀਆ ਨਾਲ ਹੱਥ ਮਿਲਾ ਕੇ ਆਪਣਾ ਜੋ ਵੀ ਹੈਗਾ, ਇੰਡੀਆ ਇਸ ਲਈ ਕਾਫੀ ਇਹਨਾਂ ਦੀ ਸਪੋਰਟ ਕਰ ਵੀ ਸਕਦਾ ਹੈਗਾ। ਨਹੀਂ, ਇੰਡੀਆ ਦੇ ਵਿੱਚ ਦੇਖੋ ਇਹਨਾਂ ਨੂੰ ਸਭ ਤੋਂ ਨੇੜੇ ਜਿਹੜੀ ਸਪੋਰਟ ਮਿਲ ਸਕਦੀ ਉਹ ਇੰਡੀਆ ਹੀ ਐਸੀ ਕੰਟਰੀ ਹੈ ਜਿਹੜੀ ਸਭ ਤੋਂ ਨੇੜੇ ਇਹਨਾਂ ਨੂੰ ਸਪੋਰਟ ਕਰ ਸਕਦੀ। ਲੇਕਿਨ ਕਿਉਂ ਕਹਿੰਦੇ ਹੈ ਨਾ ਕਿ ਉਹਦੇ ਲਈ ਦਿਲ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਤੇ ਪਾਕਿਸਤਾਨ ਨੇ ਕਦੀ ਵੀ ਹਿੰਦੁਸਤਾਨ ਵਾਸਤੇ ਆਪਣਾ ਦਿਲ ਸਾਫ਼ ਨਹੀਂ ਕੀਤਾ। ਤੁਸੀਂ ਦੇਖੋ ਇਸ ਤੋਂ ਪਹਿਲਾਂ ਅਫਗਾਨਿਸਤਾਨ 'ਚ ਜਦੋਂ ਅਲੱਗ ਹੋਇਆ ਹੈਗਾ, ਉਹਨੂੰ ਕਿੰਨੀ ਲੋੜ ਸੀ, ਇੰਡੀਆ ਨੇ ਕਿੰਨੀ ਉਹਦੀ ਸਪੋਰਟ ਕੀਤੀ। ਅੱਜ ਅਫਗਾਨਿਸਤਾਨ ਵੀ ਆਪਣੇ ਪੈਰ ਤੇ ਸਟੈਂਡ ਬਾਏ ਹੋ ਚੁੱਕਾ ਹੈਗਾ। ਬਸ ਆਪਾਂ ਇਹ ਅੱਜ ਦਾ ਜਿਹੜਾ ਮੁੱਦਾ ਪ੍ਰੋਗਰਾਮ ਹੈ ਇਹ ਸ਼ਾਇਦ ਇੱਥੇ ਹੀ ਕਨਕਲੂਡ ਕਰ ਦਿੰਦੇ, ਕਿਉਂਕਿ ਇਹ ਤਾਂ ਐਡਾ ਵੱਡਾ ਮੁੱਦਾ ਹੈ, ਇੰਨਾ ਵੱਡਾ ਵਿਸ਼ਾ ਹੈ ਕਿ ਜੇ ਇਹ 'ਤੇ ਗੱਲ ਕੀਤੀ ਜਾਵੇ ਤਾਂ ਭਾਵੇਂ 3 ਘੰਟੇ ਲਗਾਤਾਰ ਕਰਦੇ ਰਹੋ। ਕਿਉਂਕਿ ਪਾਕਿਸਤਾਨ ਦੀ ਜੋ ਹਾਲਾਤ ਅੱਜ ਹੈਗੇ ਹੈ ਉਹ ਠੀਕ ਹੁੰਦੇ ਨਜ਼ਰ ਨਹੀਂ ਆਉਂਦੇ ਕਿਸੇ ਵੀ ਹਾਲਤ ਦੇ ਵਿੱਚ। ਔਰ ਸਿਰਫ ਹਿੰਦੁਸਤਾਨ ਹੀ ਇੱਕ ਐਸੀ ਕੰਟਰੀ ਹੈ ਜਿਹੜੀ ਨੇੜੇ ਉਹਨਾਂ ਦੇ ਬੈਠੀ ਹੋਈ ਹੈ, ਔਰ ਉਹ ਇਹਨਾਂ ਦੀ ਮਦਦ ਕਰਨ ਨੂੰ ਵੀ ਤਿਆਰ ਹੈ। ਲੋਕ ਵੀ ਚਾਹੁੰਦੇ ਆ ਕਿ ਹਿੰਦੁਸਤਾਨ ਤੋਂ ਮਦਦ ਜਿਹੜੀ ਮੰਗੀ ਜਾਵੇ। ਜਿਹੜੇ ਉੱਥੇ ਦੇ ਹੁਣ ਐਲੀਟ ਕਲਾਸ ਦੇ ਲੋਕ ਆ, ਉੱਪਰਲੇ ਜਿਹੜੇ ਲੋਕ ਆ, ਜਿਨ੍ਹਾਂ ਨੂੰ ਆਟੇ ਦਾ ਘਾਟਾ ਕਦੀ ਵੀ ਨਹੀਂ ਹੋ ਸਕਦਾ, ਕਿਉਂਕਿ ਅੱਜ ਜੋ ਵੈਸੇ ਹਾਲਾਤ ਪਾਕਿਸਤਾਨ ਦੇ ਹੈਗੇ ਆ ਉਹ ਇਸੇ ਕਰਕੇ ਹੈ ਕਿ ਉੱਥੇ ਜਿਹੜੇ ਅਮੀਰ ਨੇ ਉਹ ਉਹੀ ਨੇ, ਕੁਝ ਘਰ ਜਿਹੜੇ ਆ
ਕੁਝ ਪਰਿਵਾਰ ਜਿਹੜੇ ਆ ਉਹ ਅਮੀਰ ਨੇ, ਉਹੀ ਸੱਤਾ 'ਚ ਵੀ ਨੇ, ਉਹੀ ਵੱਡੇ ਵਪਾਰੀ ਵੀ ਨੇ, ਉਹੀ ਫੋਰਨ ਰਹਿ ਰਹੇ ਨੇ, ਉਹਨਾਂ ਦੇ ਘਰ ਪਾਕਿਸਤਾਨ ਦੇ ਵਿੱਚ ਵੀ ਨੇ ਤੇ ਫੋਰਨ ਦੇ ਵਿੱਚ ਵੀ ਨੇ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਪਾਕਿਸਤਾਨ ਕੱਲ੍ਹ ਨੂੰ ਕੰਗਾਲ ਹੋ ਵੀ ਜਾਂਦਾ, ਉਹਨਾਂ ਨੇ ਉੱਠ ਕੇ ਫੋਰਨ ਚਲੇ ਜਾਣਾ। ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਵੀ ਹੈਗੀ ਹੈ ਕਿ ਜਿਹੜਾ ਪਾਕਿਸਤਾਨ ਹੈਗਾ ਉਹ ਬਲੈਕ ਲਿਸਟਡ ਵੀ ਹੋ ਚੁੱਕਿਆ ਹੈਗਾ। ਉਹਨੂੰ ਜਿਹੜੇ ਫੰਡ ਮਿਲਨੇ ਸੀ, ਕਿਉਂਕਿ ਉਹ ਆਪਣੀ ਟੈਰਰਿਸਟ ਐਕਟੀਵਿਟੀ ਘਟਾ ਨਹੀਂ ਰਿਹਾ, ਉਹਦੇ ਵੱਲੋਂ ਐਕਟੀਵਿਟੀ ਇੰਨੀ ਲਗਾਤਾਰ ਚੱਲੀ ਜਾਂਦੀ ਹੈ, ਉਹਨੂੰ ਕਈ ਵਾਰ ਤੋਂ ਰੈੱਡ ਡੇਂਜਰ ਜ਼ੋਨ 'ਚ ਵੀ ਰੱਖਿਆ ਹੋਇਆ। ਉਹਦੇ ਬਾਅਦ ਵੀ ਪਿਛਲੇ 2-3 ਸਾਲਾਂ ਤੋਂ ਜੋ ਮਾਹੌਲ ਚੱਲ ਰਿਹਾ ਹੈਗਾ ਉਹ ਉਸ ਚੀਜ਼ ਨੂੰ ਇੰਪਰੂਵ ਨਹੀਂ ਕਰ ਰਿਹਾ। ਤੁਸੀਂ ਦੇਖੋ, ਮੈਨੂੰ ਪਤਾ ਹੈ ਕਿ ਮੇਰੇ ਦੇਸ਼ ਦੀ ਹਾਲਤ ਖਰਾਬ ਆ, ਵਰਲਡ ਬੈਂਕ ਜਾਂ ਇਹਨਾਂ ਨੇ ਸਾਰੇ ਨੇ ਕਿਹਾ ਕਿ ਤੁਸੀਂ ਇਹ ਜਿਹੜੀ ਟੈਰਰਿਸਟ ਐਕਟੀਵਿਟੀ ਇਹਨੂੰ ਘਟਾ ਲਓ, ਅਸੀਂ ਤੁਹਾਨੂੰ ਫੰਡ ਦੇਵਾਂਗੇ, ਬਟ ਉਹ ਮੰਨ ਹੀ ਨਹੀਂ ਰਿਹਾ। ਉਹ ਹਾਲੇ ਵੀ ਐਕਟੀਵਿਟੀ ਔਰ ਵੈਪਨਸ ਸਾਰਾ ਕੁਝ ਤੁਸੀਂ ਦੇਖੋ, ਹਰ ਤੀਸਰੇ ਚੌਥੇ ਦਿਨ ਕਸ਼ਮੀਰ ਤੋਂ ਆਉਂਦੀ ਹੈ, ਫਾਇਰਿੰਗ ਹੋ ਰਹੀ ਹੈ, ਇੰਨੇ ਜਵਾਨ ਮਰ ਗਏ, ਹਾਲੇ ਵੀ ਐਕਟੀਵਿਟੀ ਚੱਲ ਰਹੀ ਹੈ। ਤਾਂ ਉਹ ਇੰਟਰਨੈਸ਼ਨਲ ਮਾਰਕੀਟ 'ਚ ਉਹਨਾਂ ਦੀ ਸਾਰਿਆਂ ਦੀ ਨਜ਼ਰ ਵੀ ਹੈਗੀ ਆ, ਉਹ ਇਹਨਾਂ ਨੂੰ ਫੰਡ ਦੇਣ 'ਚ ਕੋਈ ਫੇਵਰ 'ਚ ਨਹੀਂ ਹੈਗੇ। ਤਾਂ ਇਹਦਾ ਉਹ ਇਸੇ ਕਰਕੇ ਹੈ ਨਾ, ਜਿਹੜਾ ਇੰਟਰਨੈਸ਼ਨਲ ਮੋਨੀਟਰੀ ਫੰਡ ਉਹਦਾ, ਜਿਹਨੂੰ ਤੁਸੀਂ IMF ਦੀ ਗੱਲ ਕਰ ਰਹੇ ਹੋ, ਉਹ ਫੰਡ ਹੀ ਜਦੋਂ ਕਰਜ਼ਾ ਕੋਈ ਵੀ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਦੇਸ਼ ਕਰਜ਼ਾ ਦਿੰਦਾ ਹੈ ਤੇ ਉਹ ਇਸੇ ਤਰ੍ਹਾਂ ਦੀ ਸ਼ਰਤਾਂ ਰੱਖਦਾ ਹੈ ਨਾ ਕਿ ਇਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ, ਇਹ ਨਾ ਹੋਣ ਕਿ ਨੇਤਾ ਆਪਣੇ ਖਰਚੇ ਪੂਰੇ ਕਰਦੇ ਰਹਿਣ, ਇਹਨਾਂ ਨੂੰ ਗਲਤ ਐਕਟੀਵਿਟੀਜ਼ ਦੇ ਵਿੱਚ ਇਹ ਪੈਸਾ ਲੱਗ ਜਾਵੇ। ਇਸ ਕਰਕੇ ਇਹ ਸਾਰੀਆਂ ਸ਼ਰਤਾਂ ਜਦੋਂ ਤੁਸੀਂ ਕਮਿਟ ਕਰ ਲੈਂਦੇ ਹੋ ਕਿ ਨਹੀਂ ਅਜਿਹਾ ਨਹੀਂ ਹੋਊਗਾ, ਕਿਉਂਕਿ ਹੋਇਆ ਕੀ ਹੈ ਕਿ ਜੇ ਹੁਣ 23ਵੀਂ ਵਾਰ ਜਿਹੜਾ ਹੈ ਇਹ ਕੰਗਾਲੀ ਦੀ ਹਾਲਤ ਦੇ ਵਿੱਚ ਆ ਗਿਆ ਤੇ ਪਹਿਲਾਂ ਜਿਹੜਾ 22-23 ਵਾਰ 20 ਵਾਰ ਜਿਹੜਾ ਹੈਗਾ ਉਹ ਕਰਜ਼ਾ ਲੈ ਕੇ ਹੀ ਇਹਨਾਂ ਨੇ ਆਪਣੀ ਤੰਗਹਾਲੀ ਸਹੀ ਕੀਤੀ ਹੈ ਨਾ। ਉਹੀ ਹਾਲ ਆਪਾਂ ਸ਼੍ਰੀਲੰਕਾ ਦੀ ਗੱਲ ਕਰ ਰਹੇ ਸੀ, ਸ਼੍ਰੀਲੰਕਾ ਵੀ ਇੱਦਾਂ ਹੀ ਛੋਟੇ ਕਰਜ਼ੇ ਸੀਗਾ, ਬੜੇ ਕਰਜ਼ੇ, ਬੜਾ ਕਰਜ਼ਾ। ਉਹਦੇ ਬਾਅਦ ਚਾਈਨਾ ਉਹਨੂੰ ਪੈਸੇ ਦਿੰਦਾ ਕਿ ਜਦੋਂ ਉਹਦਾ ਕੰਮ ਹੋ ਗਿਆ ਉਹ ਸਾਈਡ ਹੋ ਗਿਆ, ਉਹਦੇ ਬਾਅਦ ਚਾਈਨਾ ਨੇ ਆਪਣੇ ਹੱਥ ਖੜੇ ਕਰਤੇ, ਚੀਨ ਆਪਣਾ ਸ਼੍ਰੀਲੰਕਾ ਉੱਥੇ ਫਸ ਗਿਆ, ਫਿਰ ਭਾਰਤ ਨੇ ਆ ਕੇ ਉਹਦੀ ਮਦਦ ਕਰਕੇ ਉਹਨੂੰ ਰੈਸਕਿਊ ਕੀਤਾ। ਬਟ ਇਸ ਲਈ ਇੰਡੀਆ ਪਾਕਿਸਤਾਨ ਦੇ ਇੱਦਾਂ ਦੇ ਕੋਈ ਵਧੀਆ ਰਿਲੇਸ਼ਨ ਨਹੀਂ ਕਿ ਇੰਡੀਆ ਜਾ ਕੇ ਉਹਨਾਂ ਨੂੰ ਆਫਰ ਕਰੇ, ਇੰਡੀਆ ਨੇ ਇੱਦਾਂ ਦਾ ਕਰਨਾ ਵੀ ਹੈ ਨਹੀਂ ਹੈ। ਇਹ ਪਾਕਿਸਤਾਨ ਨੂੰ ਹੀ ਆਪਣੇ ਸਾਰੇ ਟਰਮ ਕੰਡੀਸ਼ਨ ਸਾਫ਼ ਸੁਥਰੇ ਕਰਨੇ ਪੈਣੇ ਕਿ ਅਸੀਂ ਆਹ ਮੁੱਦੇ ਛੱਡਦੇ ਹੈਗੇ, ਇੱਦਾਂ ਦੀ ਐਕਟੀਵਿਟੀ ਘਟਾਵਾਂਗੇ। ਐਸ਼ੋਰੈਂਸ ਦੇਣੀ ਪੈਣੀ ਇੰਡੀਆ ਨੂੰ। ਜੇ ਇੰਡੀਆ ਨੂੰ ਐਸ਼ੋਰੈਂਸ ਦੇਣਗੇ ਤਾਂ ਇੰਡੀਆ ਉਹਦੇ ਬਾਰੇ ਸੋਚੂਗਾ, ਵਿਚਾਰ ਕਰੂਗਾ, ਫਿਰ ਇਹਨਾਂ ਤੋਂ ਕਈ ਚੀਜ਼ਾਂ ਲਿਖਾਊਗਾ, ਫਿਰ ਇਹਨਾਂ ਨੂੰ ਜੋ ਹੈਲਪ ਚਾਹੀਦੀ ਉਹ ਦੇਣ ਨੂੰ ਵੀ ਇੰਡੀਆ ਤਿਆਰ ਹੈ। ਤਾਂ ਕੋਈ ਪ੍ਰੋਬਲਮ ਨਹੀਂ, ਇੰਡੀਆ ਹੈਲਪ ਕਰ ਸਕਦਾ ਹੈਗਾ। ਉਹੀ ਨਾ, ਲੇਕਿਨ ਉਹੀ ਗੱਲ ਤਾਂ ਉਹ ਮੈਂ ਪਹਿਲਾਂ ਵੀ ਇਹੀ ਗੱਲ ਆਪਾਂ ਕੀਤੀ ਨਾ ਕਿ ਜਿਹੜਾ ਦਿਲ ਸਾਫ਼ ਕਰਨਾ ਪੈਣਾ ਨਾ ਉਹਦੇ ਵਾਸਤੇ। ਦਿਲ ਸਾਫ਼ ਕਰਕੇ ਜਿਹੜੀ ਕਾਗਜ਼ਾਂ ਤੇ ਸ਼ਰਤਾਂ ਜਿਹੜੀਆਂ ਹੋਣੀਆਂ ਉਹ ਤੋਂ ਬਾਅਦ ਦੀ ਗੱਲ ਹੈ। ਪਹਿਲਾਂ ਦਿਲ ਸਾਫ਼ ਕਰਨਾ ਪੈਣਾ ਕਿ ਦਿਲ ਸਾਫ਼ ਕਰੋ। ਤੇ ਇਹਨਾਂ ਨੂੰ ਤਾਂ ਪਹਿਲਾਂ ਕਸ਼ਮੀਰ ਦੀ ਪਈ ਹੈ ਕਿ ਕਸ਼ਮੀਰ ਸਾਨੂੰ ਸਾਰਾ ਦੇ ਦਿਓ, ਜਿੰਨਾ ਦੇਸ਼ ਇਹਨਾਂ ਦੇ ਕੋਲ ਹੈਗਾ ਉਹਨਾਂ ਸਾਂਭਿਆ ਨਹੀਂ ਜਾ ਰਿਹਾ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕਸ਼ਮੀਰ ਚੋਂ ਕਿਹੜੇ ਅਰਬਾਂ ਡਾਲਰ ਉੱਥੇ ਨਿਕਲ ਆਣੇ ਕਿ ਇਹਨਾਂ ਦਾ ਕਰਜ਼ਾ ਮਾਫ ਹੋ ਜਾਊਗਾ ਜਾਂ ਖਾ ਪੀ ਲੈਣ। ਕਸ਼ਮੀਰ ਤਾਂ ਨਿਰਾ ਖਰਚੇ ਦਾ ਘਰ ਹੈ, ਉਹ ਤਾਂ ਖਰਚੇ ਦਾ ਘਰ ਹੈ। ਕਿਉਂਕਿ ਜਦੋਂ ਤੱਕ ਧਾਰਾ 370 ਟੁੱਟੀ ਨਹੀਂ ਸੀਗੀ ਉਦੋਂ ਤੱਕ ਜਿਹੜੇ ਉੱਥੇ ਦੇ ਵੱਖਵਾਦੀ ਲੀਡਰ ਨੇ, ਜਿਹਨੂੰ ਆਪਾਂ ਕਹਿੰਦੇ ਸੈਪਰੇਟਿਸਟ ਕਹਿੰਦੇ ਜਿਨ੍ਹਾਂ ਨੂੰ, ਤੇ ਉਹਨਾਂ ਤੇ ਹੀ ਇੰਡੀਅਨ ਗਵਰਨਮੈਂਟ ਉਹਨਾਂ ਦੀ ਸਿਕਿਉਰਿਟੀ ਤੇ ਉਹਨਾਂ ਦੇ ਮੀਟਿੰਗਾਂ ਤੇ ਖਰਚਾ ਕਰ ਰਹੀ ਸੀ। 625 ਕਰੋੜ ਦੇ ਕਰੀਬ ਖਰਚ ਕਰ ਰਹੀ ਸੀਗੀ ਇੰਡੀਅਨ ਗਵਰਨਮੈਂਟ। ਤੇ ਪਾਕਿਸਤਾਨ ਇਸ ਹਾਲਤ ਦੇ ਵਿੱਚ ਹੈਗਾ ਕਿ ਉਹ ਇਹ ਸਭ ਕੁਝ ਕਰ ਲਵੇ। ਉਹ ਤਾਂ ਮੇਰੇ ਕੋਲ ਦੇਖੋ ਜੀ, ਅੱਜ ਦੀ ਡੇਟ ਵਿੱਚ ਉਹ ਆਪਣੀ ਜਿਹੜੀ ਮਿਲਟਰੀ ਫੋਰਸ ਹੈ ਉਹਨਾਂ ਦੀ ਤਨਖਾਹ ਉਹਨਾਂ ਨੂੰ ਦੇਣੀ ਔਖੀ ਹੋਈ ਪਈ ਹੈ। ਤਾਂ ਉਹ ਮੈਨੂੰ ਤਾਂ ਲੱਗਦਾ ਉੱਥੇ ਵੀ ਬਗਾਵਤ ਹੋਣੀ ਸ਼ੁਰੂ ਹੋ ਜਾਣੀ ਆਉਣ ਵਾਲੇ ਟਾਈਮ 'ਚ। ਬਿਲਕੁਲ। ਹੁਣ ਆ ਜਿਹੜੇ ਅੱਜ ਦੇ ਹਾਲਾਤ ਨੇ, ਅੱਜ ਦੇ ਹਾਲਾਤ ਪਾਕਿਸਤਾਨ ਦੇ ਲਈ ਬਹੁਤ ਖਤਰਨਾਕ ਨੇ, ਔਰ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਆਕੜ ਛੱਡ ਕੇ ਟੈਰਰਿਸਟ ਗਤੀਵਿਧੀਆਂ ਨੂੰ ਘੱਟ ਕਰਨ ਜਾਂ ਖਤਮ ਕਰਨ। ਤੇ ਤਾਂ ਤਕਰੀਬਨ ਪੂਰੇ ਵਰਲਡ ਨੇ ਹੀ ਇਹਨਾਂ ਨੂੰ ਚੇਤਾਵਨੀ ਦਿੱਤੀ ਕਿ ਤੁਸੀਂ ਇਹ ਘੱਟ ਕਰ ਦਿਓ, ਖਤਮ ਕਰ ਦਿਓ, ਨਹੀਂ ਤਾਂ ਇੱਕ ਨਾ ਇੱਕ ਦਿਨ ਤੁਸੀਂ ਬਿਲਕੁਲ ਐਜ ਤੇ ਆ ਕੇ ਖੜੇ ਹੋ ਜਾਓਗੇ। ਅੱਜ ਉਹ ਦਿਨ ਆ ਗਿਆ, ਅੱਜ ਮਾਹੌਲ ਤੇ ਆ ਕੇ ਖੜੇ ਅੱਜ ਉਹ ਐਜ ਤੇ ਆ ਕੇ ਖੜੇ ਹੋ ਗਏ ਆ ਤੇ ਇਸ ਨੂੰ ਸਾਹਮਣਾ ਜਿਹੜਾ ਪਾਕਿਸਤਾਨ ਦੇ ਲਈ ਬਹੁਤ ਜ਼ਰੂਰੀ ਹੈ। ਤੇ ਅੱਜ ਦਾ ਮੁੱਦਾ ਅਸੀਂ ਇੱਥੇ ਹੀ ਅੱਜ ਸਮਾਪਤ ਕਰਦੇ ਹਾਂ। ਅਗਲੇ ਅਜਿਹੀ ਕਿਸੇ ਮੁੱਦੇ ਨੂੰ ਲੈ ਕੇ ਫਿਰ ਆਪਣੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ, ਧੰਨਵਾਦ।